ਗੁਲਾਮੀ ਗਲੋਂ ਲਾਉਣੀ ਹੈ, ਪਹਿਲਾਂ ਆਨੰਦਪੁਰ ਘਰੇ ਵੜ ਜਾਓ ਤੇ ਫਿਰ ਮੋਟਰਸਾਈਕਲ ਇੱਕ ਪਿੰਡ ਵਿੱਚ ਇੱਕ ਤੇ 3 ਸਵਾਰ ਤੇ 3 ਰਿਵਾਲਵਰ ਨਵੇਂ ਲਓ। ਜਿਹੜਾ ਦਾ ਕੇਸ ਮੇਰੇ ਤੇ ਬਣੂ, ਮੇਰੀ ਛਿੱਲ ਲਵੇ, ਬੰਦ ਕੱਟਿਆ ਜਾਵੇ, ਸਾਰਿਆ ਜਾਵਾ, ਮੈਂ ਚੱਲੂਗਾ। ਮਰਦੇ ਮੁਜਾਹਿਦ ਪ੍ਰੋਗਰਾਮ ਦਾ ਭਾਗ 18ਵਾਂ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਹਿੰਦੁਸਤਾਨੀ ਮੀਡੀਆ ਨੇ ਇਸ ਤਰੀਕੇ ਨਾਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਹਊਆ ਬਣਾਇਆ ਪੂਰੇ ਹਿੰਦੁਸਤਾਨ ਦੇ ਵਿੱਚ। ਉਹ ਵੈਲ ਪਲਾਨਡ ਸੀ, ਪ੍ਰੀ ਪਲਾਨਡ ਸੀ। ਉਸ ਨੂੰ ਜਿਵੇਂ ਇੰਦਰਾ ਗਾਂਧੀ ਨੇ ਪੇਸ਼ ਕੀਤਾ, ਉਸ ਤਰੀਕੇ ਨਾਲ ਉਸ ਨੂੰ ਲੋਕਾਂ ਦੇ ਵਿੱਚ ਫੈਲਾਇਆ ਗਿਆ ਜ਼ਿਆਦਾ ਤੋਂ ਜ਼ਿਆਦਾ। ਤਾਂ ਬਹੁਤੇ ਇਲਾਕਿਆਂ ਦੇ ਵਿੱਚ ਜਿੱਥੇ ਅਖਬਾਰ ਨਹੀਂ ਪਹੁੰਚਦੇ, ਉੱਥੇ ਰੇਡੀਓ ਦੇ ਜ਼ਰੀਏ ਵਿਸ਼ੇਸ਼ ਪ੍ਰੋਗਰਾਮ, ਉੱਥੋਂ ਦੇ ਜਿਹੜੇ ਸਥਾਨਕ ਜਿਹੜੇ ਰੇਡੀਓ ਸਟੇਸ਼ਨ ਹੁੰਦੇ ਨੇ, ਉਹਨਾਂ ਦੇ ਜ਼ਰੀਏ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਰਹੇ। ਇਹ ਬਾਅਦ ਦੇ ਵਿੱਚ ਸਾਨੂੰ ਖਬਰਾਂ ਪਤਾ ਲੱਗਦੀਆਂ ਨੇ। ਉੱਥੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਕਿ ਉਹ ਕਾਤਲ ਹੈ, ਕਿ ਉਹ ਡਾਕੂ ਹੈ, ਇਸ ਤਰ੍ਹਾਂ ਦੇ ਪੈਂਫਲੇਟ ਛਪਵਾ ਕੇ ਉਹਨਾਂ ਇਲਾਕਿਆਂ ਦੇ ਵਿੱਚ, ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਵੰਡੇ ਗਏ। ਰਾਂਚੀ, ਕਾਨਪੁਰ, ਜਿੱਥੇ ਜਿੱਥੇ 1984 ਦੇ ਵਿੱਚ ਨਵੰਬਰ ਦੇ ਵਿੱਚ ਸਿੱਖ ਕਤਲੇਆਮ ਹੁੰਦਾ ਹੈ, ਉਹਨਾਂ ਉਹ ਥਾਵਾਂ ਦੇ ਉੱਤੇ ਉਹਨਾਂ ਪੈਂਫਲੇਟਸ ਦਾ ਤੇ ਉਹਨਾਂ ਪ੍ਰੋਗਰਾਮਸ ਦਾ ਕਾਫੀ ਅਸਰ ਦੇਖਿਆ ਗਿਆ। ਤਾਂ ਹੀ ਉੱਥੇ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਅਸਰ ਹੁੰਦਾ ਉਸ ਦਾ। ਉਹਨਾਂ ਘਟਨਾਵਾਂ ਨੂੰ ਉਸ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ। ਸੋ ਖਾਲਿਸਤਾਨ ਦਾ ਜਿਹੜਾ ਸੰਘਰਸ਼ ਆ, ਉਹ ਖਤਮ ਹੋ ਜਾਣਾ ਸਮਝਣਾ ਤੇ ਲੋਕਾਂ ਦੀ ਹਮਾਇਤ ਮੁੱਕ ਜਾਣੀ ਮੰਨ ਲੈਣਾ, ਇਹ ਉਸ ਮੀਡੀਆ ਵੱਲੋਂ ਕੀਤੀ ਗਈ ਆਪਣੀ ਗਰੀਬ ਸੋਚ ਦਾ ਪ੍ਰਗਟਾਵਾ ਹੀ ਕਹਿ ਸਕਦੇ ਹਾਂ ਅਸੀਂ। ਤੇ ਜਿਹੜਾ ਕੁਝ ਇਹਨਾਂ ਮੀਡੀਆ ਨੇ ਕੀਤਾ, ਹਿੰਦੂ ਮੀਡੀਆ ਨੇ, ਉਹਨਾਂ ਦਾ ਇਹ ਦਾਵਾ ਕਿ ਸ਼੍ਰੀ ਦਰਬਾਰ ਸਾਹਿਬ 'ਚ ਬਾਦਲ ਦਲ ਦੇ ਹਰ ਸਾਲ ਸ਼ਹੀਦੀ ਸਮਾਗਮਾਂ 'ਚ ਹਿੱਸਾ ਨਾ ਲੈਣਾ, ਇਹ ਆਪਣੇ ਆਪ ਦੇ ਵਿੱਚ ਉਸ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਦੀ ਜਿਹੜੀ ਹੁਕਮਰਾਨ ਧਿਰ ਹੈ, ਜਿਹੜੀ ਪੰਜਾਬ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਜਮਾਤ ਬਾਦਲ ਦਲ, ਇਹ ਬਾਦਲ ਦਲ ਨੂੰ ਉਹ ਬਣਾ ਕੇ ਪੇਸ਼ ਕੀਤਾ ਉੱਥੇ। ਤੇ ਉਹਦੇ ਵੱਲੋਂ ਘੱਲੂਘਾਰਾ ਜਿਹੜਾ ਦਿਵਸ ਸਮਾਗਮ ਮਨਾਇਆ ਜਾਂਦਾ, ਉਹਦੇ 'ਚ ਹਿੱਸਾ ਨਾ ਲਿਆ ਜਾਣਾ, ਇਹਦਾ ਵੀ ਪ੍ਰਚਾਰ ਬਕਾਇਦਾ ਤੌਰ ਤੇ ਕੀਤਾ ਜਾਂਦਾ ਰਿਹਾ। ਤੇ ਇਹ ਅੰਦਾਜ਼ਾ ਵੀ ਸੱਚਾਈ ਨੂੰ ਜਾਣਬੁੱਝ ਕੇ ਅੱਖਾਂ ਮਿਟਣ ਵਾਲੀ ਗੱਲ ਹੁੰਦੀ ਹੈ। ਆਜ਼ਾਦੀ ਦਾ ਜਜ਼ਬਾ, ਗੁਰੂ ਨਾਨਕ ਪਾਤਸ਼ਾਹ ਦੇ ਹਲੀਮੀ ਰਾਜ ਦੇ ਸਿਧਾਂਤ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਰਾਜ ਕਰੇਗਾ ਖਾਲਸਾ ਦੀ ਬਖਸ਼ਿਸ਼ ਦੇ ਨਾਲ ਹਰ ਸਿੱਖ ਦੇ ਦਿਲ 'ਚ ਹਮੇਸ਼ਾ ਕਾਇਮ ਰਿਹਾ ਤੇ ਕਾਇਮ ਰਹੇਗਾ। ਤੇ ਰੋਜ਼ ਅਸੀਂ ਅਰਦਾਸ ਦੇ ਵਿੱਚ ਕਰਦੇ ਹਾਂ, ਰਾਜ ਕਰੇਗਾ ਖਾਲਸਾ। ਵੈਸੇ ਤਾਂ ਹਿੰਦੂ ਮੀਡੀਆ ਦੀ ਸਿੱਖ ਸੰਘਰਸ਼ ਦੇ ਵਿਰੋਧੀ ਸੋਚ ਨੂੰ ਉਸ ਵੇਲੇ ਦੇ ਬਾਕੀ ਦੇ ਅਖਬਾਰਾਂ, ਰਸਾਲਿਆਂ ਤੇ ਰੇਡੀਓ ਦਾ ਜਿਹੜਾ ਜਿੰਨੇ ਵੀ ਪ੍ਰੋਗਰਾਮ ਹੁੰਦੇ ਸਨ, ਉਹ ਆਪਣੇ ਤਰੀਕੇ ਨਾਲ ਉਸ ਨੂੰ ਪੇਸ਼ ਕੀਤਾ। ਪਰ ਇੱਕ ਦੋ ਜਿਹੜੇ ਜ਼ਿਆਦਾ ਦੇਰ ਤੱਕ ਜ਼ਹਿਰ ਉਗਲਦੇ ਰਹੇ ਅਖਬਾਰ ਤੇ ਰਸਾਲੇ, ਉਹਨਾਂ ਨੇ ਇੱਕ ਦੂਜੇ ਦੀਆਂ ਗੱਲਾਂ ਨੂੰ ਕੱਟਿਆ ਵੀ। ਕੁਝ ਜਿਹੜੇ ਜ਼ਿਆਦਾਤਰ ਹਿੰਦੂ ਸੋਚ ਦੇ ਧਾਰਨੀ ਸਨ, ਉਹ ਹਿੰਦੁਸਤਾਨ ਦੀ ਸਰਕਾਰ ਦੇ ਉੱਤੇ ਆਪਣਾ ਅਸਰ ਪਾਉਣ ਦੇ ਲਈ ਤੇ ਉਸ ਨੂੰ ਭੜਕਾਉਣ ਦੇ ਲਈ, ਤੇ ਬਹੁਤੇ ਦੂਜੇ ਪੰਜਾਬ ਨੂੰ ਛੱਡ ਕੇ ਪੂਰੇ ਮੁਲਕ ਦੇ ਹਿੰਦੂ ਨੂੰ ਭੜਕਾਉਣ ਦੇ ਲਈ ਇਹ ਵਿਚਾਰ ਪੇਸ਼ ਕਰਦੇ ਰਹੇ ਕਿ ਖਾਲਿਸਤਾਨ ਦੀ ਜਿਹੜੀ ਲਹਿਰ ਹੈ ਉਹ ਮਰੀ ਨਹੀਂ ਅਜੇ, ਤੇ ਉਸ ਨੂੰ ਦਬਾਉਣ ਦੇ ਲਈ ਉੱਥੇ ਪੰਜਾਬ ਦੇ ਵਿੱਚ ਫੌਜ ਲਗਾਤਾਰ ਤਾਇਨਾਤ ਰਹਿਣੀ ਚਾਹੀਦੀ ਹੈ, ਤੇ ਉੱਥੇ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉੱਥੇ ਤਾਇਨਾਤ ਰਹਿਣੀਆਂ ਚਾਹੀਦੀਆਂ ਨੇ। ਤੇ ਇਸ ਤਰੀਕੇ ਨਾਲ ਉਹਨਾਂ ਨੇ ਉਹ ਸਾਰਾ ਪ੍ਰਚਾਰ ਜਿਹੜਾ ਸੀ ਉੱਥੇ ਪੂਰੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਕੀਤਾ। ਇਹ ਇੱਕ 5 ਦਿਨਾਂ ਦੀ ਪੰਜਾਬ ਯਾਤਰਾ ਕਰਕੇ 1500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਰਿਪੋਰਟਰ ਅਨਿਲ ਪਾਂਡੇ ਨੇ ਸਪਸ਼ਟ ਰੂਪ 'ਚ ਲਿਖਿਆ ਸੀ ਕਿ ਮੇਰੇ ਲਈ ਇਹ ਯਾਤਰਾ ਮੇਰੇ ਅੰਦਾਜ਼ੇ ਦੇ ਉਲਟ ਨਹੀਂ ਬਲਕਿ ਹੈਰਾਨਕੁਨ ਵੀ ਹੈ। ਉਹ ਕਹਿੰਦਾ ਕਿ ਮੈਂ ਤਾਂ ਗਿਆ ਤਾਂ ਲੋਕਾਂ ਦੇ ਦੁੱਖ ਤੇ ਹੰਝੂਆਂ ਨੂੰ ਦੇਖਣ ਦੀ ਕਲਪਨਾ ਕਰਕੇ ਸੀ, ਪਰ ਉੱਥੇ ਦੇ ਲੋਕਾਂ ਦੇ ਦਿਲਾਂ 'ਚ ਜੋਸ਼ ਤੇ ਖੁਸ਼ੀ ਸੀ ਤੇ ਉਹਨਾਂ ਨੂੰ ਪੁਲਿਸ ਵੱਲੋਂ ਮਾਰੇ ਗਏ ਆਪਣੇ ਪਰਿਵਾਰਕ ਮੈਂਬਰਾਂ ਦੀ ਕੁਰਬਾਨੀ ਤੇ ਫਖਰ ਹੈ। ਉਹ ਆਪਣੀ ਕੌਮ ਲਈ ਮਰ ਮਿਟੇ, ਕਿਸੇ ਅਣਾਈ ਮੌਤ ਨਹੀਂ ਮਰੇ। ਕੋਈ ਪੱਤਰਕਾਰ ਨੇ ਸਹੀ ਵੀ ਗੱਲ ਕੀਤੀ। ਇਹ ਜਿਹੜਾ ਸੰਡੇ ਇੰਡੀਆ ਦਾ ਇੱਕ ਪੱਤਰਕਾਰ ਸੀ, ਜਿਸ ਨੇ ਆਪਣੇ 1 ਜੂਨ ਤੋਂ ਲੈ ਕੇ 14 ਜੂਨ ਤੱਕ ਦੇ 2009 ਦੇ ਇੱਕ ਪਰਚੇ 'ਚ ਇਹ ਗੱਲ ਲਿਖੀ। ਇੰਨਾ ਦੁੱਖ ਦਰਦ ਹੰਢਾਉਣ ਤੋਂ ਬਾਅਦ ਵੀ ਉਹਨਾਂ ਨੇ ਖਾਲਿਸਤਾਨ ਦੀ ਸਥਾਪਨਾ ਦੀ ਉਮੀਦ ਛੱਡੀ ਨਹੀਂ, ਅਜੇ ਉਹ ਲਿਖਦਾ। ਅਸਲ 'ਚ ਹਿੰਦੂ ਮੀਡੀਆ ਨੇ ਖਾਲਿਸਤਾਨ ਦੇ ਸੰਘਰਸ਼ ਤੇ ਜੂਨ 1984 ਦੇ ਘੱਲੂਘਾਰੇ ਬਾਰੇ ਨਾ ਪੱਖੀ ਰਿਪੋਰਟ ਕਰਕੇ ਪੀਲੀ ਪੱਤਰਕਾਰੀ ਦਾ ਸਬੂਤ ਦਿੱਤਾ, ਤੇ ਉਸਨੇ ਲੋਕਾਂ ਦੇ ਦਿਲਾਂ 'ਚ ਵਸੀ ਹੋਈ 20ਵੀਂ ਸਦੀ ਦੀ ਬੇਨਿਆਜ਼ ਹਸਤੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਘਰ ਘਰ ਬੱਸਾਂ, ਟਰੱਕਾਂ, ਕਾਰਾਂ ਤੇ ਟੈਂਪੂਆਂ ਤੇ ਨੌਜਵਾਨਾਂ ਦੇ ਮੋਟਰਸਾਈਕਲਾਂ ਤੇ ਜਿਹੜੀ ਤਸਵੀਰ ਲੱਗੀ ਹੋਈ ਸੀ, ਉਹ ਦੇਖੀ ਨਹੀਂ ਉਹਨਾਂ ਨੇ। ਉਹ ਸਿਰਫ ਮੋਟਰਾਂ ਗੱਡੀਆਂ ਤੇ ਨਹੀਂ ਲੱਗੀ ਹੋਈ ਤਸਵੀਰ ਨੌਜਵਾਨਾਂ ਦੇ ਦਿਲਾਂ 'ਚ ਵਸ ਚੁੱਕੀ ਹੈ, ਉਹ ਦੇਖੀ ਨਹੀਂ ਹਿੰਦੂ ਮੀਡੀਆ ਨੇ।
ਉਹ ਤਸਵੀਰ ਕੌਮ ਨੂੰ ਸੰਘਰਸ਼ ਦੇ ਪ੍ਰਤੀ ਜੋਸ਼, ਹੁਲਾਸ ਤੇ ਜਜ਼ਬਾ ਦੇ ਰਹੀ ਹੈ। ਹਾਲੇ ਤੱਕ ਸ਼ਾਇਦ ਦੇਸ਼ ਭਗਤੀ ਤੇ ਹਿੰਦੁਸਤਾਨ ਦੇ ਜਨੂਨ 'ਚ ਆ ਕੇ ਉਹ ਹਿੰਦੂ ਮੀਡੀਆ ਨੇ ਸੱਚ ਨੂੰ ਸਮਝਣ ਤੇ ਸੱਚ ਨੂੰ ਜਾਂਚ ਪਰਖਣ ਕਰਨ ਦੀ ਆਪਣੀ ਨਾਂਹਵਾਚੀ ਜਿਹੜੀ ਭੂਮਿਕਾ ਉਸ ਨੂੰ ਕਿਤੇ ਨਾ ਕਿਤੇ ਪੇਸ਼ ਕੀਤਾ। ਬਾਬਾ ਜਰਨੈਲ ਸਿੰਘ ਵੱਲੋਂ ਸ਼ਹੀਦ ਹੋਣ ਤੋਂ ਕੁਝ ਸਮਾਂ ਪਹਿਲਾਂ, ਥੋੜਾ ਜਿਹਾ ਸਮਾਂ ਪਹਿਲਾਂ, ਸ਼੍ਰੀ ਅਕਾਲ ਤਖਤ ਸਾਹਮਣੇ ਇੱਕ ਅਰਦਾਸ ਕੀਤੀ ਗਈ ਸੀ। ਕੁਝ ਘੰਟੇ ਪਹਿਲਾਂ ਲਾ ਲਓ ਜਾਂ ਕੁਝ ਘੰਟੇ ਤੋਂ ਘੱਟ ਸਮਾਂ ਪਹਿਲਾਂ ਉਹਨਾਂ ਨੇ ਅਰਦਾਸ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ। ਉਹਨਾਂ ਨੇ ਆਪਣੀ ਅਰਦਾਸ 'ਚ ਕਿਹਾ ਸੀ, ਹੇ ਸੱਚੇ ਪਾਤਸ਼ਾਹ, ਜਿੰਨਾ ਚਿਰ ਸਿੱਖ ਕੌਮ ਆਜ਼ਾਦ ਨਹੀਂ ਹੁੰਦੀ ਉਹਨਾਂ ਚਿਰ ਮੈਂ ਬਾਰ-ਬਾਰ ਜਨਮ ਲਵਾਂ। ਹੇ ਸੱਚੇ ਪਾਤਸ਼ਾਹ, ਜਿੰਨਾ ਚਿਰ ਸਿੱਖ ਕੌਮ ਆਜ਼ਾਦ ਨਹੀਂ ਹੁੰਦੀ ਉਹਨਾਂ ਚਿਰ ਮੈਂ ਬਾਰ-ਬਾਰ ਜਨਮ ਲਵਾਂ। ਤੇ ਸਤਿਗੁਰਾਂ ਵੱਲੋਂ ਹੱਕ, ਸੱਚ ਤੇ ਨਿਆਂ ਲਈ ਸ਼ੁਰੂ ਕੀਤੇ ਗਏ ਇਸ ਅੰਦੋਲਨ, ਇਸ ਸੰਘਰਸ਼ ਬਾਰੇ ਦ੍ਰਿੜਤਾ ਤੇ ਆਪਣੀ ਪੂਰੀ ਸਮਝ ਤੇ ਸੋਚ ਦਾ ਪ੍ਰਗਟਾਵਾ ਹੈ ਇਹ ਆਪਣੇ ਆਪ ਦੇ ਵਿੱਚ, ਜਿਹੜਾ ਹਰ ਸਿੱਖ ਦੇ ਦਿਲ ਦੇ ਵਿੱਚ ਵਸਿਆ ਹੋਇਆ। ਤੇ ਸਰਕਾਰੀ ਜ਼ੁਲਮਾਂ ਦਾ ਜਿਹੜਾ ਸ਼ਿਕਾਰ ਹੋਏ ਪਰਿਵਾਰਾਂ ਦੇ ਜਜ਼ਬੇ, ਸ਼ਹੀਦਾਂ ਦੇ ਪ੍ਰਤੀ ਫਖਰ ਤੇ ਖਾਲਿਸਤਾਨ ਦੀ ਸਥਾਪਨਾ ਦੀ ਉਮੀਦ ਦੇ ਸੱਚ ਨੂੰ ਪ੍ਰਵਾਨ ਕਰਨ ਤੋਂ ਉਹਦੀ ਜਿਹੜੀ ਹੈ ਪੁਸ਼ਟੀ ਹੁੰਦੀ ਹੈ। ਅੱਜ ਵੀ ਤੁਸੀਂ ਕਿਸੇ ਘਰ 'ਚ ਚਲੇ ਜਾਓ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਤੁਸੀਂ ਘਰਾਂ 'ਚ ਚਲੇ ਜਾਓ, ਕਿਸੇ ਵੀ ਵਿਅਕਤੀ ਤੋਂ ਉਹਨਾਂ ਨੇ ਕੋਈ 5 ਪੈਸੇ ਲਏ ਹੋਣ ਸ਼ਹੀਦੀਆਂ ਦੇ ਨਾਮ ਦੇ ਉੱਤੇ, ਮੈਂ ਕਹਿੰਦਾ ਬਹੁਤ ਮੁਸ਼ਕਲ ਗੱਲ ਹੈ ਐਦਾਂ ਦੀ ਮਿਸਾਲ ਮਿਲਣੀ। ਅੱਜ ਵੀ ਮਾਣ ਕਰਦੇ ਨੇ ਉਹ, ਬਹੁਤ ਸਾਰੇ ਸਿੰਘ ਨੇ ਉਹਨਾਂ ਦੇ ਪਰਿਵਾਰ ਅੱਜ ਵੀ ਮਾਣ ਕਰਦੇ ਨੇ। ਔਰ 2-4 ਦਿਨ ਪਹਿਲਾਂ ਇੱਕ ਸ਼ਹੀਦ ਸਿੰਘ ਦੀ ਮਾਤਾ ਤੇ ਬਜ਼ੁਰਗ ਪਿਤਾ ਜਿਹੜੇ ਤੁਰ ਵੀ ਨਹੀਂ ਸਕਦੇ, ਸੋਟੀਆਂ ਲੈ ਕੇ ਚੱਲਦੇ ਨੇ, ਤੇ ਉਹ ਸਾਧ ਸੰਗਤ ਜੀ ਛੱਲੀਆਂ ਭੁੰਨ ਕੇ, ਬਰਨਾਲਾ ਜ਼ਿਲ੍ਹੇ ਦੀ ਇਹ, ਸੰਗਰੂਰ ਜ਼ਿਲ੍ਹੇ ਦੀ ਇਹ ਕਹਾਣੀ ਹੈ, 2-4 ਦਿਨ ਪਹਿਲਾਂ ਦੀ ਕਹਾਣੀ ਹੈ। ਇੱਕ ਬੱਸ ਅੱਡੇ ਦੇ ਉੱਤੇ ਛੱਲੀਆਂ ਭੁੰਨ ਕੇ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ, ਛੱਲੀਆਂ ਵੇਚ ਕੇ। ਤੇ ਉਹ ਕਿਸੇ ਤੋਂ ਉਹਨਾਂ ਨੇ ਪੈਸਾ ਨਹੀਂ ਲਿਆ ਅਜੇ ਤੱਕ। ਉਹ ਕਹਿੰਦੇ ਨਹੀਂ, ਅਸੀਂ ਸ਼ਹੀਦੀ ਵੇਚਣੀ ਨਹੀਂ ਹੈਗੇ। ਤੇ ਇਹੋ ਜੀ ਕੌਮ ਦੇ ਜਿਹੜੇ ਪਰਿਵਾਰ ਨੇ, ਇਹੋ ਜੀ ਕੌਮ ਦੇ ਜਿਹੜੇ ਮਾਪੇ ਨੇ, ਕੀ ਆਪਾਂ ਨੂੰ ਲੱਗਦਾ ਕਿ ਇਹ ਜਿਹੜੀ ਲਹਿਰ ਹੈ ਖਤਮ ਹੋ ਜਾਊਗੀ? ਸੋ ਇਹ ਹਿੰਦੂ ਮੀਡੀਆ ਦਾ ਕਹਿਣਾ ਬੇਤੁਕਾ ਕਿ ਸਾਲਾਨਾ ਜਿਹੜਾ ਘੱਲੂਘਾਰੇ ਦੇ ਦਿਹਾੜੇ ਮੌਕੇ ਅਕਾਲੀ ਦਲ ਬਾਦਲ ਦਾ ਕੋਈ ਵੀ ਨੇਤਾ ਉਸ ਸਮਾਗਮ 'ਚ ਸ਼ਾਮਲ ਨਹੀਂ ਹੁੰਦਾ। ਤੇ ਪਤਾ ਨਹੀਂ ਉਹਨਾਂ ਨੂੰ ਇਹ ਸੱਚ ਕਿਉਂ ਨਹੀਂ ਆਉਂਦਾ ਕਿ ਜਿਨ੍ਹਾਂ ਆਗੂਆਂ ਦੇ ਸਮਾਗਮ 'ਚ ਸ਼ਾਮਲ ਨਾ ਹੋਣ ਦੀ ਉਹ ਗੱਲ ਕਰ ਰਿਹਾ, ਉਹ ਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਸਮਰਪਿਤ ਹੀ ਨਹੀਂ ਹੋਏ, ਤੇ ਨਾ ਹੀ ਉਹਨਾਂ ਦਾ ਖਾਲਿਸਤਾਨ ਦੇ ਸੰਘਰਸ਼ ਨਾਲ ਕੋਈ ਲੈਣਾ ਦੇਣਾ। ਜਿਹੜੀ ਪਾਰਟੀ ਦੇ ਲੀਡਰਾਂ ਦਾ ਖਾਲਸਾਈ ਸਿਧਾਂਤ 'ਚ ਵਿਸ਼ਵਾਸ ਹੀ ਨਹੀਂ ਹੈਗਾ, ਤੇ ਉਹ ਮੀਰੀ ਪੀਰੀ ਸਮੇਤ ਮੀਰੀ ਪੀਰੀ ਦੀ ਸੁਮੇਲਤਾ ਵਾਲੀ ਗੁਰਮਤਿ ਦੀ ਧਰਮੀ ਰਾਜਨੀਤੀ ਬਾਰੇ, ਉਸ ਰਾਜਨੀਤੀ ਵਾਲੇ ਸਿਧਾਂਤ ਦੀ ਥਾਂ ਤੇ ਗੈਰ ਸਿੱਖ ਦੇਸ਼ ਭਗਤੀ ਦੇ ਜਨੂਨ ਤੇ ਯੂਰਪ ਦੀ ਦੇਣ ਵਰਤਮਾਨ ਲੋਕਤੰਤਰ ਪ੍ਰਣਾਲੀ 'ਚ ਫਸੇ ਹੋਏ ਨੇ, ਜਿਨ੍ਹਾਂ ਦੀ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਤੇ ਸਿੱਖ ਜਰਨੈਲਾਂ ਤੇ ਨੌਜਵਾਨੀ ਨੂੰ ਮੁਕਾਉਣ ਲਈ ਹਿੰਦ ਸਰਕਾਰ ਤੇ ਦਬਾਅ ਪਾਉਣ ਵਾਲੀ ਹਮੇਸ਼ਾ ਹਿੰਦੂਵਾਦੀ ਸੋਚ ਭਾਜਪਾ ਦੇ ਨਾਲ ਸਿਆਸੀ ਦੋਸਤੀ ਵੀ ਹੈ। ਤੇ ਇਸ ਦੋਸਤੀ ਦੇ ਥੱਲੇ ਹੀ ਇਹ ਪਾਰਟੀ ਦੇ ਲੀਡਰ ਦਰਬਾਰ ਸਾਹਿਬ 'ਚ ਘੱਲੂਘਾਰੇ ਦੇ ਜਿਹੜੇ ਸਾਲਾਨਾ ਦਿਹਾੜੇ ਹੁੰਦੇ ਨੇ, ਸਮਾਗਮ ਹੁੰਦੇ ਨੇ, ਉਹਨਾਂ 'ਚ ਸ਼ਾਮਲ ਨਹੀਂ ਹੁੰਦੇ ਹੈਗੇ। ਇਹਨਾਂ ਦੀ ਗੈਰ ਹਾਜ਼ਰੀ ਨੂੰ ਪੰਜਾਬ ਦੇ ਲੋਕਾਂ ਦੀ ਗੈਰ ਹਾਜ਼ਰੀ ਬਣਾ ਕੇ ਸਿੱਖਾਂ ਵੱਲੋਂ ਪੰਜਾਬ 'ਚ ਘੱਲੂਘਾਰੇ ਨੂੰ ਵਿਸਾਰ ਦੇਣਾ, ਇਹ ਹਿੰਦੂ ਮੀਡੀਆ ਦੀ ਜਿਹੜੀ ਇੱਕ ਸਾਜ਼ਿਸ਼ ਹੈ ਉਹ ਤੋਂ ਪਰਦਾ ਚੁੱਕਦੀ ਹੈ। ਸੱਚ ਤਾਂ ਇਹ ਹੈ ਕਿ ਸਿੱਖਾਂ ਦੀ ਜਿਹੜੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ, ਉਹਦੇ ਵੱਲੋਂ ਬਾਦਲ ਦਲ ਦੇ ਸਿਆਸੀ ਗਲਬੇ ਦੇ ਬਾਵਜੂਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦੀ ਸਮਾਰੋਹ ਹਰ ਸਾਲ ਕੀਤਾ ਜਾਂਦਾ। ਬਾਬਾ ਜਰਨੈਲ ਸਿੰਘ, ਜਨਰਲ ਸ਼ੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ ਸਮੇਤ ਜਿੰਨੇ ਵੀ ਸ਼ਹੀਦ ਹੋਏ ਉੱਥੇ ਜੂਨ 1984 'ਚ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ। ਉਹਨਾਂ ਦੀ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਲਈ ਅਰਦਾਸ ਕੀਤੀ ਜਾਂਦੀ ਹੈ ਤੇ ਇਸ ਸਮਾਗਮ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਸੰਬੋਧਨ ਵੀ ਕਰਨਾ ਹੁੰਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕਮੇਟੀ ਦੇ ਮੈਂਬਰ, ਅਧਿਕਾਰੀ ਤੇ ਸਾਰੇ ਸੇਵਾਦਾਰ ਉੱਥੇ ਹਾਜ਼ਰ ਹੁੰਦੇ ਰਹੇ, ਪਿਛਲੀ ਵਾਰ ਨੂੰ ਛੱਡ ਕੇ, ਮੱਕੜ ਸੈਨਾ ਨੂੰ ਛੱਡ ਕੇ, ਜਦੋਂ ਮੱਕੜ ਦੀ ਉੱਥੇ ਟਾਸਕ ਫੋਰਸ ਨੇ ਉੱਥੇ ਜੋ ਗੰਦ ਪਾਇਆ ਉਹਨੂੰ ਛੱਡ ਕੇ। ਕੌਮ ਦੀ ਜਿਹੜੀ ਪ੍ਰਤੀਨਿਧ ਸਾਰੀ ਸੰਘਰਸ਼ਸ਼ੀਲ ਜਿਹੜੀ ਧਿਰ ਹੈ ਸ਼੍ਰੀ ਅਕਾਲ ਤਖਤ ਸਾਹਮਣੇ ਜੁੜਦੀ ਹੈ, ਖਾਲਿਸਤਾਨ ਦੀ ਸਥਾਪਨਾ ਲਈ ਆਪਣੀ ਦ੍ਰਿੜਤਾ ਦੁਹਰਾਉਂਦੀ ਹੈ ਹਰ ਸਾਲ, ਤੇ ਉਹਦੀ ਪ੍ਰਾਪਤੀ ਲਈ ਨੀਤੀ ਤੇ ਦਿਸ਼ਾ ਤਿਆਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਂਦਾ, ਹਰ ਸਾਲ ਦਿੱਤਾ ਜਾਂਦਾ। ਤੇ ਖਾਲਿਸਤਾਨ ਦੇ ਨਾਅਰੇ ਦੀਆਂ ਉੱਥੇ ਗੂੰਜਾਂ ਪੈਂਦੀਆਂ ਨੇ, ਹਰ ਸਾਲ ਲੱਗਦੇ ਨੇ। ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਿੱਖ ਜਗਤ ਦੀ ਹਰ ਕੂੰਟ ਤੋਂ, ਹਰ ਖੁੰਝੇ ਤੋਂ ਪਹੁੰਚੀਆਂ
ਜਿਹੜੀਆਂ ਪ੍ਰਤੀਬੱਧ ਸੰਗਤਾਂ ਹੁੰਦੀਆਂ ਨੇ ਉਹਨਾਂ ਦਾ ਬਹੁਤ ਵੱਡਾ ਇਕੱਠ ਹੁੰਦਾ, ਹਰ ਸਾਲ ਹੁੰਦਾ। ਸਾਰੇ ਸਮਾਗਮ ਨੂੰ ਗੰਭੀਰਤਾ ਨਾਲ ਸੁਣਦੇ ਨੇ, ਸਾਰੇ ਜੈਕਾਰੇ ਛੱਡੇ ਜਾਂਦੇ ਨੇ ਤੇ ਪੇਸ਼ ਕੀਤੇ ਮਤਿਆਂ ਨੂੰ ਸਰਬਸੰਮਤੀ ਨਾਲ ਪਾਸ ਵੀ ਕੀਤਾ ਜਾਂਦਾ ਤੇ ਦੇਸ਼ ਵਿਦੇਸ਼ 'ਚ ਇਹ ਦਿਹਾੜਾ ਪੂਰੀ ਖਾਲਸਾਈ ਸ਼ਾਨ ਤੇ ਪੰਥਕ ਜਜ਼ਬੇ ਦੇ ਨਾਲ ਮਨਾਇਆ ਜਾਂਦਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਸਾਰੀ ਦੁਨੀਆ 'ਚ ਯਹੂਦੀਆਂ ਨੂੰ ਛੱਡ ਕੇ, ਸਿਰਫ ਯਹੂਦੀ ਕੌਮ ਨੂੰ ਛੱਡ ਕੇ ਸ਼ਾਇਦ ਹੀ ਕੋਈ ਕੌਮ ਅਜਿਹੀ ਹੋਵੇ ਜਿਹਨੇ ਇੰਨੇ ਘੱਲੂਘਾਰੇ ਆਪਣੇ ਪਿੰਡੇ ਤੇ ਹੰਢਾਏ ਹੋਣ, ਜਿਨੇ ਸਿੱਖਾਂ ਨੇ ਆਪਣੇ ਪਿੰਡੇ ਦੇ ਉੱਤੇ ਜਿਸ ਤਰੀਕੇ ਨਾਲ ਜ਼ਖਮ ਸਹੇ, ਤਸ਼ੱਦਦ ਸਹੇ ਤੇ ਕੁਰਬਾਨੀਆਂ ਦੇ, ਤੁਸੀਂ ਛੱਡ ਗੱਲਾਂ ਤੋਂ, ਕੁਰਬਾਨੀਆਂ ਆਪਾਂ ਗਿਣ ਨਹੀਂ ਸਕਦੇ, ਇੰਨੀ ਜ਼ਿਆਦਾ ਕੁਰਬਾਨੀ। 1984 'ਚ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਤੇ ਆਪਰੇਸ਼ਨ ਬਲੂ ਸਟਾਰ ਦੇ ਨਾਮ ਥੱਲੇ ਅੰਮ੍ਰਿਤਸਰ 'ਚ ਦਰਬਾਰ ਸਾਹਿਬ ਸਮੇਤ ਤੇ ਹੋਰ ਦਰਜਨਾਂ ਸਿੱਖ ਧਾਰਮਿਕ ਸਥਾਨਾਂ ਤੇ ਭਾਰਤੀ ਫੌਜ ਦਾ ਹਮਲਾ ਕੀਤਾ ਇਹਨਾਂ ਨੇ ਤੇ ਸਿੱਖਾਂ ਲਈ 20ਵੀਂ ਸਦੀ ਦਾ ਵੱਡਾ ਘੱਲੂਘਾਰਾ ਕਿਹਾ ਜਾ ਸਕਦਾ ਹੈ। ਇਸ ਤੋਂ ਵੱਡਾ ਘੱਲੂਘਾਰਾ ਸਾਡੀ ਸੋਝੀ ਦੇ ਵਿੱਚ ਤੇ 220 ਸਾਲਾਂ ਤੋਂ ਬਾਅਦ ਇਹ ਅਸੀਂ ਦੇਖਦੇ ਹਾਂ, ਸਾਡੇ ਸਾਹਮਣੇ ਹੋਇਆ ਸਾਰਾ ਕੁਝ। ਅੱਜ ਵੀ ਜਦੋਂ ਅਸੀਂ ਇਹ ਪਾਠ ਕਰਦੇ ਹਾਂ ਜਾਂ ਇਸ ਨੂੰ ਵਿਚਾਰ ਵਟਾਂਦਰੇ 'ਚ ਲੈ ਕੇ ਆਉਂਦੇ ਇਹ ਗੱਲ ਨੂੰ, ਆਪਣੀ ਡਿਸਕਸ਼ਨਸ ਹੁੰਦੀਆਂ ਨੇ, ਤਾਂ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਹੜਾ ਵੀ ਇਸ ਵੇਲੇ ਸਾਨੂੰ ਸਾਡਾ ਭਰਾ, ਸਾਡਾ ਬਜ਼ੁਰਗ ਜਾਂ ਸਾਡੀ ਮਾਤਾ ਭੈਣ ਕੋਈ ਸੁਣ ਰਹੀ ਹੈ, ਬਿਲਕੁਲ ਉਹਨਾਂ ਨੂੰ ਵੀ ਇਸੇ ਤਰ੍ਹਾਂ ਲੱਗ ਰਿਹਾ ਹੋਵੇਗਾ ਕਿ ਇਸ ਵੇਲੇ ਇਹ ਜਿਵੇਂ ਕਾਰਵਾਈ ਚੱਲ ਰਹੀ ਹੈ, ਇੰਨੇ ਜ਼ਖਮੀ ਨੇ ਹਿਰਦੇ। ਹਾਲੇ ਇਸ ਤਰ੍ਹਾਂ ਲੱਗਦਾ ਕੱਲ ਦੀ ਗੱਲ ਹੈ, ਨਵਾਂ ਬਣਾ ਦਿੱਤਾ ਗਿਆ ਅਕਾਲ ਤਖਤ ਸਾਹਿਬ, ਨਵੀਂ ਬਿਲਡਿੰਗ ਬਣਾ ਦਿੱਤੀ ਗਈ ਹੈ, ਇਮਾਰਤ ਨਵੀਂ ਬਣਾ ਦਿੱਤੀ ਗਈ ਹੈ, ਪਰ ਸਾਡੇ ਦਿਲਾਂ 'ਚ ਉਹੀ ਅਕਾਲ ਤਖਤ ਦੀ ਜਿਹੜੀ ਟੈਂਕਾਂ ਤੇ ਤੋਪਾਂ ਨਾਲ ਢੱਠੀ ਹੋਈ ਇਮਾਰਤ ਹੈ, ਸਾਡੇ ਦਿਲ 'ਚ ਵਸ ਚੁੱਕੀ ਹੈ ਉਹ। ਬੇਸ਼ੱਕ ਇਸ ਹਮਲੇ ਕਾਰਨ ਬਹੁਤ ਭਾਰੀ ਜਾਨੀ ਨੁਕਸਾਨ ਹੋਇਆ, ਇਸ ਨੁਕਸਾਨ ਨੂੰ ਭਾਰਤ ਸਰਕਾਰ ਨੇ ਤਾਂ ਬਹੁਤ ਘਟਾ ਕੇ ਦੱਸਣਾ ਹੀ ਸੀ, ਪਰ ਸਿੱਖਾਂ ਦੀ ਆਪਣੀ ਲੀਡਰਸ਼ਿਪ ਨੇ ਵੀ ਇਸ ਘੱਲੂਘਾਰੇ ਦੇ ਨਾਲ ਹੋਏ ਜਾਨੀ, ਮਾਲੀ, ਮਾਨਸਿਕ ਤੇ ਸਮਾਜਿਕ ਨੁਕਸਾਨ ਦਾ ਲੇਖਾ ਜੋਖਾ ਤਿਆਰ ਹੀ ਨਹੀਂ ਕੀਤਾ। ਕਿਉਂ ਕੀਤਾ ਅਜਿਹਾ ਕਿਉਂ ਕੀਤਾ ਸਿੱਖ ਲੀਡਰਸ਼ਿਪ ਨੇ? ਇੱਕ ਵੱਖਰਾ ਮਾਮਲਾ, ਬਹੁਤ ਵੱਡਾ ਮਾਮਲਾ, ਬਹੁਤ ਲੰਬੀ ਇਸ ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਪਰ ਇੱਕ ਗੱਲ ਸਪਸ਼ਟ ਹੈ ਕਿ ਬਹੁਤੇ ਸਿੱਖ ਲੀਡਰਾਂ ਤੇ ਸਿੱਖ ਵਿਦਵਾਨਾਂ ਦੀ ਇਹਨਾਂ ਨੁਕਸਾਨਾਂ ਦੇ ਵੇਰਵੇ ਤਿਆਰ ਕਰਨ ਬਾਰੇ ਜਿਹੜੀ ਧਾਰੀ ਹੋਈ ਚੁੱਪ ਹੈ ਨਾ, ਉਹਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਸਾਡੀਆਂ ਪੁਸ਼ਤਾਂ ਕਦੇ ਮੁਆਫ ਨਹੀਂ ਕਰਨਗੀਆਂ। ਜਿਹੜੇ ਨੌਜਵਾਨ ਅੱਜ ਇਸ ਵੇਲੇ ਇਹ ਪ੍ਰੋਗਰਾਮ ਸੁਣ ਰਹੇ ਨੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਲੀਡਰਸ਼ਿਪ ਕੋਲੋਂ ਸਵਾਲ ਜ਼ਰੂਰ ਕਰਨਗੇ ਇਹ ਕਿ ਤੁਸੀਂ ਲੇਖਾ ਜੋਖਾ ਕੀਤਾ ਜੋ ਨੁਕਸਾਨ ਹੋਇਆ, ਕਿੱਥੇ ਆਓ, ਤੁਸੀਂ ਉਹਦੇ 'ਚ ਰੁਕਾਵਟਾਂ ਕਿਉਂ ਪਾਈਆਂ? ਤੁਸੀਂ ਸਜ਼ਾ ਦੇ ਭਾਗੀਦਾਰ ਹੋ ਤੇ ਉਹਨਾਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ। ਜਿਹੜਾ ਬਲੂ ਸਟਾਰ ਦੇ ਨਾਮ ਥੱਲੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦਾ ਕਾਰਨ ਇਹ ਦੱਸਿਆ ਗਿਆ ਕਿ ਉੱਥੇ ਖਾੜਕੂ ਛੁਪੇ ਹੋਏ ਸਨ। ਜੇ ਸਰਕਾਰ ਦੀ ਇਸ ਗੱਲ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਇਸ ਹਮਲੇ ਦੀ ਕੋਈ ਲੋੜ ਨਹੀਂ ਸੀ। ਪਹਿਲੀ ਗੱਲ ਇਹ ਹੈ ਕਿ ਜੇ ਸਰਕਾਰ ਚਾਹੁੰਦੀ ਤਾਂ ਸਿੱਖਾਂ ਤੇ ਪੰਜਾਬ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਇਸ ਅਣਚਾਹੇ ਗੈਰ ਜ਼ਰੂਰੀ ਫੌਜੀ ਐਕਸ਼ਨ ਤੋਂ ਦੂਰ ਰਹਿ ਸਕਦੀ ਸੀ। ਇਹ ਸਾਡੇ ਜਿਹੜੇ ਵਿਦਵਾਨ, ਅਖੌਤੀ ਕਥਿਤ ਵਿਦਵਾਨ, ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹ ਵਾਰ-ਵਾਰ ਇਹ ਗੱਲ ਕਹਿੰਦੇ ਨੇ ਕੋਈ ਹੋਰ ਰਸਤਾ ਲੱਭਿਆ ਜਾ ਸਕਦਾ ਸੀ। ਉਹ ਇਹ ਗੱਲ ਨਹੀਂ ਕਹਿੰਦੇ ਹੈਗੇ ਕਦੇ ਵੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਹੀ ਸੋਚ ਦੇ ਧਾਰਨੀ ਸਨ, ਉਹ ਸਿੱਖ ਕੌਮ ਨੂੰ ਜਗਾਉਣ ਵਾਲੇ ਸਨ, ਉਹਨਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਉਹ ਬੜੇ ਸਹੀ ਰਸਤੇ ਤੇ ਚੱਲ ਰਹੇ ਸਨ। ਪਰ ਅਕਾਲੀ ਲੀਡਰਾਂ ਨੇ ਉਹਨਾਂ ਨੂੰ ਖਤਮ ਕਰਾਉਣ ਦੀ ਸਾਜ਼ਿਸ਼ ਰਚ ਕੇ ਇਹ ਸਾਰਾ ਕੁਝ ਕੀਤਾ। ਇਹ ਗੱਲ ਉਹ ਜਾਂਦੇ ਨਹੀਂ ਇਸ ਗੱਲ ਤੇ, ਅਸੀਂ ਪਹਿਲਾਂ ਵੀ ਜ਼ਿਕਰ ਕੀਤਾ। ਸੋ ਆਪਣੇ ਆਪਣੇ ਤਰਕ ਦਿੰਦੇ ਰਹੇ ਸਾਰੇ। ਸਾਡੀਆਂ ਕਲਮਾਂ ਗੁਲਾਮ ਹੋ ਗਈਆਂ, ਸਾਡੇ ਬੁੱਧੀਜੀਵੀ, ਸਾਡੇ ਚਿੰਤਕ ਗੁਲਾਮ ਹੋ ਗਏ ਤੇ ਜਿੰਨਾ ਸਾਹਿਤ, ਜਿੰਨਾ ਲਿਟਰੇਚਰ, ਜੋ ਸ਼ਬਦ ਲਿਖੇ ਜਾਣੇ ਚਾਹੀਦੇ ਸਨ ਉਹ ਕੰਮ ਹੋਇਆ ਨਹੀਂ। ਤੇ ਅੱਜ ਸਿਰਫ ਇੱਕ ਰੇਡੀਓ ਦੇ ਉੱਤੋਂ, ਇੱਕ ਥਾਂ ਦੇ ਉੱਤੋਂ ਹੀ ਇਹ ਗੱਲ ਹੋ ਰਹੀ ਹੈ ਤੇ ਬਹੁਤ ਘੱਟ ਗੱਲ ਹੋ ਰਹੀ ਹੈ। ਅੱਜ ਵੱਖ-ਵੱਖ ਰੇਡੀਓ ਤੋਂ ਜਿੰਨੇ ਵੀ ਦੁਨੀਆ ਤੇ ਚੱਲਦੇ ਨੇ, ਉਹਨਾਂ ਤੋਂ ਬਾਬਾ ਜਰਨੈਲ ਸਿੰਘ ਦੀ ਕੁਰਬਾਨੀ ਬਾਰੇ ਗੱਲ ਹੋਣੀ ਚਾਹੀਦੀ ਸੀ। ਇਹ ਗੱਲ ਵਿਚਾਰਨ ਵਾਲੀ ਹੈ। ਸੋ ਇਹ ਵਾਰ-ਵਾਰ ਦਲੀਲਾਂ ਦਿੱਤੀਆਂ ਗਈਆਂ, ਵਾਰ-ਵਾਰ ਇਹ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਕੋਈ ਹੋਰ ਦਿਨ ਚੁਣਨਾ ਚਾਹੀਦਾ ਸੀ।
ਸਿੱਖ ਬੁੱਧੀਜੀਵੀ ਖੁਦ ਇਹ ਗੱਲ ਕਰਦੇ ਨੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲਾ ਦਿਨ ਹਮਲੇ ਲਈ ਨਹੀਂ ਚੁਣਿਆ ਜਾਣਾ ਚਾਹੀਦਾ ਸੀ, ਕਿਉਂਕਿ ਸੰਗਤ ਬਹੁਤ ਸੀ ਅੰਦਰ। ਕਿੱਥੋਂ ਦੀ ਸਿਆਣਪ ਵਾਲੀ ਗੱਲ ਕਰਦੇ ਨੇ ਇਹ? ਇੱਕ ਤਰ੍ਹਾਂ ਜਾਇਜ਼ ਠਹਿਰਾ ਰਹੇ ਨੇ, ਪਰ ਇਹ ਕਹਿ ਰਹੇ ਨੇ ਕਿ ਉਸ ਦਿਨ ਅੰਦਰ ਸੰਗਤ, ਸਰਬੱਤ ਸੰਗਤ ਜੁੜੀ ਹੋਈ ਸੀ, ਉਹ ਦਿਨ ਠੀਕ ਨਹੀਂ ਸੀ, ਕਿਸੇ ਹੋਰ ਦਿਨ ਕਰਨਾ ਚਾਹੀਦਾ ਸੀ। ਇਹਦਾ ਮਤਲਬ ਤਾਂ ਇਹੋ ਹੀ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਇਹਨਾਂ ਲੋਕਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ, ਜਿਹੜੀਆਂ ਬਿਲਕੁਲ ਸਿਰੇ ਤੋਂ ਖਾਰਜ ਕਰਨੀਆਂ ਬਣਦੀਆਂ ਨੇ, ਤੇ ਉਹਨਾਂ ਦਾ ਸਾਨੂੰ ਸਮਾਜਿਕ ਬਾਈਕਾਟ ਕਰਨਾ ਚਾਹੀਦਾ, ਜਿਹੜੇ ਉਸ ਸੰਘਰਸ਼ ਨੂੰ ਤਾਰਪੀਟੋ ਕਰਨ ਦੇ ਵਿੱਚ ਇੰਦਰਾ ਗਾਂਧੀ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਰਹੇ, ਹਿੰਦੂਵਾਦੀ ਨੇਤਾਵਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਰਹੇ, ਹਿੰਦੂ ਸਾਮਰਾਜ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਰਹੇ। ਜਦੋਂ ਇੰਡੀਅਨ ਆਰਮੀ ਦਾ ਸਾਰੇ ਦਰਬਾਰ ਸਾਹਿਬ ਕੰਪਲੈਕਸ ਤੇ ਕਬਜ਼ਾ ਹੋ ਚੁੱਕਾ ਸੀ, ਤਾਂ ਉਸ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਅੱਗ ਲੱਗਣ ਨਾਲ ਨਸ਼ਟ ਹੋਈ। ਉਸ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਈ ਗਈ, ਜਾਣਬੁੱਝ ਕੇ ਲਾਈ ਗਈ। ਸਰਕਾਰੀ ਪੱਖ ਵੱਲੋਂ ਕਿਹਾ ਗਿਆ ਕਿ ਖਾੜਕੂਆਂ ਵੱਲੋਂ ਗੋਲੀ ਚਲਾਉਣ ਨਾਲ ਇਹ ਅੱਗ ਲੱਗੀ ਹੈ, ਪਰ ਇਹ ਦਲੀਲ 'ਚ ਕੋਈ ਵਜ਼ਨ ਨਹੀਂ ਹੈਗਾ ਇੰਨਾ। ਜਦੋਂ ਫੌਜ ਨੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਸੀ, ਤਾਂ ਇਹ ਸਰਕਾਰ ਦਾ ਫਰਜ਼ ਸੀ ਕਿ ਉੱਥੇ ਘੱਟੋ-ਘੱਟ ਇਤਿਹਾਸਕ ਮਹੱਤਤਾ ਵਾਲੀ ਹਰ ਚੀਜ਼ ਦੀ ਰੱਖਿਆ ਕੀਤੀ ਜਾਂਦੀ, ਪਰ ਅਜਿਹਾ ਕੀਤਾ ਨਹੀਂ ਗਿਆ। ਜੇ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲੱਗ ਹੀ ਗਈ ਸੀ, ਤਾਂ ਬਾਕੀ ਬਚੇ ਹੋਏ ਸਾਰੇ ਦਸਤਾਵੇਜ਼ਾਂ, ਖਰੜਿਆਂ ਤੇ ਕਿਤਾਬਾਂ ਨੂੰ ਗਾਇਬ ਕਿਉਂ ਕੀਤਾ ਗਿਆ? ਕੁਝ ਸਾਲ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਨੇ ਕਿਹਾ ਸੀ ਕਿ ਇਸ ਲਾਇਬ੍ਰੇਰੀ ਦੀਆਂ ਪੁਸਤਕਾਂ ਤੇ ਖਰੜੇ ਕਿਸੇ ਕੇਂਦਰੀ ਏਜੰਸੀ ਦੇ ਕਬਜ਼ੇ 'ਚ ਨੇ। ਇਹ ਗੱਲ ਕਹੀ ਗਈ ਸੀ। ਇਸ ਫੌਜੀ ਕਾਰਵਾਈ ਦੇ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਵੱਡੀ ਪੱਧਰ ਤੇ ਲੁੱਟਮਾਰ ਹੋਈ। ਜੂਨ 1984 'ਚ ਫੌਜੀ ਹਮਲੇ ਤੋਂ ਬਾਅਦ ਅਖਬਾਰਾਂ 'ਚ ਖਬਰਾਂ ਆਈਆਂ ਕਿ ਦਰਬਾਰ ਸਾਹਿਬ ਕੰਪਲੈਕਸ 'ਚ ਲੰਗਰ ਦਾ ਸਾਰਾ ਰਾਸ਼ਨ ਤੇ ਲੰਗਰ ਦੇ ਬਰਤਨ ਗਾਇਬ ਸਨ। ਕਰਫਿਊ ਦੇ ਦੌਰਾਨ ਇਹ ਸਾਰਾ ਕੁਝ ਕਿਸ ਨੇ ਚੁਰਾਇਆ ਵੀ? ਕਿਹਨੇ ਚੋਰੀ ਕੀਤਾ? ਇਹ ਸਾਰੇ ਜਿਹੜੇ ਘਟਨਾਕ੍ਰਮ ਹੁੰਦੇ ਨੇ, ਇਹਨਾਂ ਦੀ ਛਾਣਬੀਣ ਦੀ ਜ਼ਰੂਰਤ ਸੀ। ਕਿਹਨੇ ਕਰਨੀ ਸੀ ਇਹ? ਕਿਸੇ ਨੇ ਰਿਪੋਰਟ ਲਿਖਵਾਈ? ਐਸਜੀਪੀਸੀ ਦੇ ਕਿਸੇ ਅਧਿਕਾਰੀ ਨੇ, ਕਿਸੇ ਮੈਂਬਰ ਨੇ ਰਿਪੋਰਟ ਲਿਖਵਾਈ? ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਨਾਲ ਲੱਗਦੇ ਹਿੱਸਿਆਂ ਦੇ ਵਿੱਚ ਲੁੱਟਮਾਰ ਕੀਤੀ, ਉਹਨਾਂ ਦੀ ਨਿਸ਼ਾਨਦੇਹੀ ਕਰਨ ਦੀ ਵੀ ਲੋੜ ਸੀ। ਤੇ ਹਿੰਦੁਸਤਾਨ ਦੇ ਇਤਿਹਾਸ ਤਾਂ ਕੀ, ਇਹ ਸ਼ਾਇਦ ਸਾਰੇ ਏਸ਼ੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਮਿਸਾਲ ਹੈ ਕਿ 50,000 ਵਰਗ ਕਿਲੋਮੀਟਰ ਤੋਂ ਵੱਧ ਇਲਾਕੇ ਦੇ ਵਿੱਚ ਕਰਫਿਊ ਲਾਇਆ ਗਿਆ ਹੋਵੇ, ਪੂਰੇ ਪੰਜਾਬ ਦੇ ਵਿੱਚ। ਆਪਣੇ ਆਪ 'ਚ ਇੱਕ ਮਿਸਾਲ ਹੈ। ਕਾਹਦੇ ਲਈ? ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਲਈ। ਇਸ ਕਰਫਿਊ ਦੇ ਦੌਰਾਨ ਸਾਰੇ ਪੰਜਾਬ 'ਚ ਸੜਕਾਂ ਤੇ ਹਰ ਤਰ੍ਹਾਂ ਦੀ ਆਵਾਜਾਈ ਤੇ ਰੋਕ ਸੀ, ਤੇ ਸੜਕ ਤੇ ਸਾਈਕਲ ਚਲਾਉਣ ਜਾਂ ਪੈਦਲ ਚੱਲਣ ਦੀ ਵੀ ਮਨਾਹੀ ਸੀ। ਇੰਨੇ ਵੱਡੇ ਇਲਾਕੇ 'ਚ ਇਹੋ ਜਿਹਾ ਕਰਫਿਊ ਭਾਰਤ ਪਾਕਿਸਤਾਨ ਤੇ ਭਾਰਤ ਚੀਨ ਜੰਗਾਂ ਦੇ ਦੌਰਾਨ ਵੀ ਨਹੀਂ ਸੀ ਲਾਇਆ ਗਿਆ। ਭਾਵੇਂ ਇੰਨੇ ਵੱਡੇ ਇਲਾਕੇ 'ਚ ਕਰਫਿਊ ਲਾਉਣ ਦੀ ਲੋੜ ਨਹੀਂ ਸੀ, ਪਰ ਜਿਸ ਰਾਜਨੀਤਿਕ ਸਿਆਸੀ ਮਨੋਰਥ ਦੀ ਪੂਰਤੀ ਲਈ ਸ਼੍ਰੀ ਦਰਬਾਰ ਸਾਹਿਬ ਤੇ ਇਹ ਹਮਲਾ ਕੀਤਾ ਗਿਆ ਸੀ, ਉਸ ਨਜ਼ਰ ਤੋਂ ਇਹ ਕਰਫਿਊ ਉਹਨਾਂ ਦੇ ਲਈ ਫਾਇਦੇਮੰਦ ਜ਼ਰੂਰ ਹੋਇਆ। ਤੇ ਨਵੰਬਰ 1984 'ਚ ਕੀ ਹੋਇਆ? ਇਹ ਘਟਨਾਵਾਂ ਜੁੜੀਆਂ ਹੋਈਆਂ ਨੇ ਆਪਸ ਦੇ ਵਿੱਚ। ਤਿਆਰੀ ਤਾਂ ਜੂਨ 1984 ਤੋਂ ਪਹਿਲਾਂ ਦੀ ਹੋ ਰਹੀ ਸੀ, ਜੋ ਨਵੰਬਰ 1984 ਦੇ ਵਿੱਚ ਹੋਇਆ। ਇਹ ਜੇਕਰ ਜਿਹੜੀਆਂ ਹਿੰਦੂ ਭੀੜਾਂ ਸਨ, ਜਿਨ੍ਹਾਂ ਨੇ ਨਵੰਬਰ 1984 'ਚ ਕਤਲੇਆਮ ਕੀਤਾ ਹੇਠਲੇ ਵਰਗ ਨੇ, ਤਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਤਿਆਰ ਕਰ ਲਿਆ ਗਿਆ ਸੀ ਕਿ ਜੂਨ 1984 ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਹੋਇਆ ਸੀ ਕਿ ਜੇਕਰ ਪੰਜਾਬ ਤੋਂ ਬਾਹਰ ਕਿਸੇ ਸਿੱਖ ਨੂੰ ਨੁਕਸਾਨ ਹੁੰਦਾ ਤਾਂ ਪੰਜਾਬ ਦੇ ਹਿੰਦੂ ਆਪਣੇ ਆਪ ਸੋਚ ਲੈਣ ਕਿ ਉਹਨਾਂ ਨਾਲ ਕੀ ਬਣੇਗਾ। ਉਹਨਾਂ ਨੂੰ ਡਰ ਸੀ ਕਿ ਅਜਿਹੀ ਘਟਨਾ ਹੋ ਸਕਦੀ ਹੈ ਤੇ ਪੰਜਾਬ ਤੋਂ ਬਾਹਰ ਸਿੱਖ ਕੋਈ ਸੁੱਕਾ ਨਾ ਰਹੇ, ਇਹਨਾਂ ਸਿੱਖਾਂ ਨੂੰ ਖਤਮ ਕਰਨਾ। ਉਹਨਾਂ ਦੀ ਤਿਆਰੀ ਸੀ ਪਹਿਲਾਂ ਤੋਂ ਹੀ। ਨਵੰਬਰ 1984 ਉਸੇ ਗੱਲ ਦਾ ਸਿੱਟਾ, ਉਸੇ ਗੱਲ ਦਾ ਨਤੀਜਾ। ਇੱਕ ਖੁਫੀਆ ਏਜੰਸੀਆਂ ਵੱਲੋਂ ਤੇ ਹਿੰਦੂ ਹੁਕਮਰਾਨਾਂ ਵੱਲੋਂ ਇਹ ਤਿਆਰੀ ਕੀਤੀ ਗਈ ਸੀ। 1984 ਨਵੰਬਰ 'ਚ ਸਿੱਖਾਂ ਦੇ ਬਹੁਤ ਵੱਡੇ ਪੱਧਰ ਤੇ ਕਤਲੇਆਮ ਤੇ ਲੁੱਟਮਾਰ ਦੇ ਵੇਲੇ ਵੀ ਰਾਜਧਾਨੀ ਦਿੱਲੀ 'ਚ ਕਰਫਿਊ ਲਾਇਆ ਜਾ ਸਕਦਾ ਸੀ। ਜੇ ਪੰਜਾਬ 'ਚ ਜੂਨ 1984 'ਚ ਕਰਫਿਊ ਲਾਇਆ ਜਾ ਸਕਦਾ ਤਾਂ ਦਿੱਲੀ 'ਚ ਉਸ ਵੇਲੇ ਨਵੰਬਰ 1984 'ਚ ਕਰਫਿਊ ਕਿਉਂ ਨਹੀਂ ਲਾਇਆ ਗਿਆ? ਇਹ ਉਦੇਸ਼ ਰਾਜਨੀਤਿਕ ਸਿਆਸੀ ਉਦੇਸ਼ ਸਨ। ਇਸ ਗੱਲ ਦਾ ਜਿਹੜਾ ਸਾਡੇ ਕੋਲ ਸਬੂਤ ਉਹ ਇਹ ਹੈ ਕਿ ਜੂਨ 84 ਦੇ ਕਰਫਿਊ ਦੌਰਾਨ ਵੀ ਲੋਕਾਂ ਨਾਲ ਪੱਖਪਾਤ ਵਾਲਾ ਰਵੱਈਆ ਤਾਂ ਜਾਰੀ ਰਿਹਾ। ਜਿਹੜੇ ਪੇਂਡੂ ਲੋਕਾਂ ਨੇ ਪਿੰਡਾਂ ਤੋਂ ਅੰਮ੍ਰਿਤਸਰ ਵੱਲ ਆਉਣ ਲਈ ਕਰਫਿਊ ਤੋੜਿਆ, ਉਹਨਾਂ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਉਹਨਾਂ ਨੂੰ ਵੱਡੀ ਗਿਣਤੀ ਵਿੱਚ ਉੱਥੇ ਵੀ ਸ਼ਹੀਦ ਹੋਏ ਸਿੰਘ।
ਜਿਹੜੇ ਪਿੰਡਾਂ ਦੇ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਚਾਲੇ ਪਾ ਗਏ ਸਨ। 3 ਥਾਵਾਂ ਦੇ ਉੱਤੇ ਗੋਲੀ ਚੱਲੀ ਸੀ ਜਿੱਥੇ ਸੈਂਕੜੇ ਸਿੰਘ ਸ਼ਹੀਦ ਹੋਏ, ਤੇ ਇਹਦੇ ਉਲਟ ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਕਰਫਿਊ ਦੇ ਦੌਰਾਨ ਅੰਮ੍ਰਿਤਸਰ 'ਚ ਲੱਡੂ ਵੰਡੇ, ਉਹਨਾਂ ਵੱਲੋਂ ਕਰਫਿਊ ਤੋੜਨ ਨੂੰ ਗਲਤ ਵੀ ਨਾ ਕਿਹਾ ਗਿਆ। ਉਹਨਾਂ ਨੂੰ ਕੁਝ ਕਿਹਾ ਨਹੀਂ ਗਿਆ। ਜਿਨ੍ਹਾਂ ਨੇ ਸ਼ਰਾਬਾਂ ਵੰਡੀਆਂ ਫੌਜੀਆਂ ਨੂੰ, ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ। ਸੋ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਇੱਕਦਮ ਬਾਅਦ ਦੇ ਦਿਨਾਂ ਦੀਆਂ ਜਿਹੜੀਆਂ ਘਟਨਾਵਾਂ ਤੇ ਇਸ ਫੌਜੀ ਹਮਲੇ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਫੌਜੀ ਕਾਰਵਾਈ ਦੀ ਪ੍ਰੋੜਤਾ ਕਰ ਰਹੀਆਂ ਸਨ, ਇਹਦੀ ਪੁਸ਼ਟੀ ਕਰ ਰਹੀਆਂ ਸਨ, ਇੰਦਰਾ ਗਾਂਧੀ ਨੂੰ ਵਧਾਈ ਦੇ ਰਹੀਆਂ ਸਨ। ਕਾਂਗਰਸ ਖੁਦ ਇਸ ਹਮਲੇ ਦੀ ਜ਼ਿੰਮੇਵਾਰ ਸੀ, ਪਰ ਦੂਜੀ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਉਹ ਕੀ ਕਹਿ ਰਹੇ ਸਨ? ਉਹ ਕਹਿੰਦੇ ਇੱਕ ਠੀਕ ਕਦਮ ਜੋ ਬਹੁਤ ਦੇਰ ਸੇ ਲਿਆ ਗਿਆ। ਤਾਂ ਸਿੱਖ ਰਾਸ਼ਟਰਪਤੀ ਸੀ, ਸਿੱਖ ਕਹਿਣ ਤੇ ਉਹਨੂੰ ਦਿਲ ਨਹੀਂ ਕਰਦਾ। ਉਹਨੇ ਵੀ ਇਸ ਹਮਲੇ ਦੀ ਪ੍ਰੋੜਤਾ ਕੀਤੀ। ਸਭ ਮਿਲੀ ਭੁਗਤ ਸੀ ਇਹਨਾਂ ਦੀ, ਤੇ ਬਾਅਦ ਦੇ ਵਿੱਚ ਜੋ ਮਰਜ਼ੀ ਕਹਿੰਦੇ ਰਹਿਣ, ਮੇਰੇ ਤੋਂ ਸਾਈਨ ਨਹੀਂ ਕਰਵਾਏ ਗਏ, ਮੇਰੇ ਕੋਲੋਂ ਹਾਂ ਨਹੀਂ ਕਰਵਾਈ ਗਈ, ਮੇਰੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਇੰਦਰਾ ਗਾਂਧੀ ਨੇ, ਇਹ ਬਾਅਦ ਦੀਆਂ ਗੱਲਾਂ ਨੇ। ਤਾਂ ਇੱਕ ਦੋ ਲੀਡਰ ਅਜਿਹੇ ਸਨ ਜਿਨ੍ਹਾਂ ਨੇ ਇਸ ਫੌਜੀ ਕਾਰਵਾਈ ਦਾ ਵਿਰੋਧ ਕੀਤਾ, ਤੇ ਜਿਸ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦੇ ਗੋਲਿਆਂ ਨਾਲ ਢਹਿ ਢੇਰੀ ਕੀਤਾ ਸੀ, ਉਸੇ ਸਰਕਾਰ ਨੇ ਇਸ ਦੀ ਦੁਬਾਰਾ ਉਸਾਰੀ ਵੀ ਕਰਵਾਈ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਸਿੱਖ ਰਵਾਇਤਾਂ ਦੇ ਉਲਟ ਜਾ ਕੇ ਕਿਉਂ ਕਰਵਾਈ ਗਈ, ਇਹ ਸਾਰਿਆਂ ਨੂੰ ਪਤਾ ਕਿਉਂ ਕਰਵਾਈ ਗਈ। ਇਹਦੇ 'ਚ ਵੀ ਸ਼੍ਰੋਮਣੀ ਕਮੇਟੀ ਦੀ ਮਿਲੀ ਭੁਗਤ ਕਹੀ ਜਾ ਸਕਦੀ ਹੈ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਵਿਚਾਰਨ ਵਾਲੀਆਂ ਬਣਦੀਆਂ ਨੇ। ਇਹਦੇ 'ਚੋਂ ਬਹੁਤ ਕੁਝ ਨਿਕਲਣਾ, ਇਹਦੇ 'ਚੋਂ ਹੀ ਸੰਘਰਸ਼ ਉਸਰਨਾ ਤੇ ਇਹਦੇ ਆਲੇ ਦੁਆਲੇ ਹੀ ਸੰਘਰਸ਼ ਨੇ ਚੱਲਣਾ। ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀ ਆਖਰੀ ਲੜਾਈ ਹੋਈ ਹੈ ਸਿੱਖਾਂ ਦੀ, ਹੁਣ ਤੱਕ ਦੀ ਆਖਰੀ ਅਸੀਂ ਕਹਿ ਸਕਦੇ ਹਾਂ, ਹੋਰ ਪਤਾ ਨਹੀਂ ਕਿੰਨੀਆਂ ਹੋਣੀਆਂ ਨੇ, ਤੇ ਉਸੇ ਲੜਾਈ 'ਚੋਂ ਹੀ ਸਾਰਾ ਕੁਝ ਨਿਕਲਣਾ। ਉਹ ਲੜਾਈ ਨਹੀਂ ਭੁੱਲਣੀ ਚਾਹੀਦੀ ਸਾਨੂੰ, ਤੇ ਉਸ ਲੜਾਈ ਤੇ ਹੀ ਉਹ ਕੰਧਾਂ ਉਸਰਨੀਆਂ ਨੇ ਜਿਹੜੀਆਂ ਕੰਧਾਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਢਾਈਆਂ ਗਈਆਂ ਸਨ, ਜਿੱਥੇ ਬਾਬਾ ਜਰਨੈਲ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ, ਉੱਥੇ ਹੀ ਸਾਰਾ ਕੁਝ ਉਸਰਨਾ। ਸੋ ਸਾਰਾ ਕੁਝ ਇਹਦੇ ਪਿੱਛੇ ਜੋ ਇੱਕ ਹਿੰਦੂ ਰਾਜਨੀਤੀ ਦਾ, ਇੱਕ ਹਿੰਦੂ ਸਟ੍ਰੈਟੇਜੀ ਜਿਹੜੀ ਰਣਨੀਤੀ ਸੀ, ਉਹਦੇ ਝਲਕਾਰੇ ਮਿਲਦੇ ਨੇ। ਇਹ ਪੁਨਰ ਉਸਾਰੀ ਲਈ ਜਿਹੜੀ ਅਕਾਲ ਤਖਤ ਦੀ ਹੋਈ, ਉਹਦਾ ਤਾਂ ਕੋਈ ਅਜਿਹੀ ਮਜਬੂਰੀ ਨਹੀਂ ਸੀ ਨਾ, ਪਰ ਫਿਰ ਵੀ ਕਰਫਿਊ ਦੇ ਅੰਦਰ ਅੰਦਰ ਉਹ ਪੁਨਰ ਉਸਾਰੀ ਕਰਵਾਈ ਗਈ। ਅਜਿਹਾ ਇਸ ਲਈ ਕੀਤਾ ਗਿਆ ਕਿ ਸਿੱਖ ਸਵੈਮਾਨ ਤੇ ਸਿੱਖ ਰਵਾਇਤਾਂ ਨੂੰ ਖਤਮ ਕਰਨ ਦੇ ਲਈ, ਉਹਨੂੰ ਤਹਿਸ ਨਹਿਸ ਕਰਨ ਦੇ ਲਈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਕਿ ਜੂਨ ਦੇ ਦੂਜੇ ਹਫ਼ਤੇ 'ਚ ਸਤਲੁਜ ਯਮਨਾ ਲਿੰਕ ਨਹਿਰ ਦੀ ਜਿਹੜੀ ਪੁਟਾਈ ਸ਼ੁਰੂ ਕਰ ਦਿੱਤੀ ਗਈ ਸੀ, ਜੂਨ ਦੇ ਦੂਜੇ ਹਫ਼ਤੇ 'ਚ। ਇਸ ਨਹਿਰ ਦੇ ਹੱਕ 'ਚ ਹੋਣ ਦੀ ਜਾਂ ਵਿਰੋਧ ਦੀ ਗੱਲ ਨਹੀਂ ਹੈਗੀ, ਮਤਲਬ ਸਿਰਫ ਇੰਨਾ ਕਿ ਜਦੋਂ ਪੰਜਾਬ ਭਰ ਦੇ ਵਿੱਚ ਇੰਨੀ ਵੱਡੀ ਫੌਜੀ ਕਾਰਵਾਈ ਤੇ ਅਜੇ ਮੁਕੰਮਲ ਨਹੀਂ ਸੀ ਹੋਈ, ਜਿਸ 'ਚ ਹਜ਼ਾਰਾਂ ਲੋਕ ਸ਼ਹੀਦ ਹੋ ਗਏ ਹੋਣ, ਤਾਂ ਉਸ ਵੇਲੇ ਇੰਨੀ ਕਾਹਲ ਦੇ ਵਿੱਚ ਇਹ ਨਹਿਰ ਦੀ ਖੁਦਾਈ ਕਿਉਂ ਸ਼ੁਰੂ ਕੀਤੀ ਗਈ? ਇਹ ਕਾਹਲ ਦੇ ਵਿੱਚ ਨਹਿਰ ਦੀ ਖੁਦਾਈ ਸ਼ੁਰੂ ਕੀਤੇ ਜਾਣਾ ਇੱਕ ਬਹੁਤ ਵੱਡੀ ਗੱਲ ਆ। ਇਹ ਗੱਲ ਕਹਿਣਾ ਕੋਈ ਗਲਤ ਨਹੀਂ ਹੋਊਗੀ ਕਿ ਇਸ ਫੌਜੀ ਕਾਰਵਾਈ ਦਾ ਇੱਕ ਉਦੇਸ਼ ਇਹ ਨਹਿਰ ਦੇ ਤਿਆਰ ਕਰਨ ਲਈ, SYL ਤਿਆਰ ਕਰਨ ਲਈ ਇੱਕ ਰਾਹ ਸੌਖਾ ਕਰਨਾ ਵੀ ਸੀ। ਇੱਕ ਮਾਤਰ ਸੀਗਾ, ਸਿੱਖੀ ਨੂੰ ਨਸ਼ਟ ਕਰਨ, ਸਿੱਖਾਂ ਨੂੰ ਸਬਕ ਸਿਖਾਉਣ ਦੇ ਨਾਲ ਨਾਲ ਇੱਕ ਕਾਰਨ ਇਹ ਵੀ ਸੀ, ਪੰਜਾਬ ਦੀ ਕਿਸਾਨੀ ਕਿਉਂਕਿ ਬਹੁਤੀ ਸਿੱਖ ਹੈ, ਤਾਂ ਸਿੱਖਾਂ ਨੂੰ ਘਸਿਆਰੇ ਬਣਾਉਣ ਦੀ, ਪੰਜਾਬ ਨੂੰ ਮਾਰੂਥਲ ਬਣਾਉਣ ਦੀ, ਰੇਗਿਸਤਾਨ ਬਣਾਉਣ ਦੀ ਇਹ ਇੱਕ ਸਾਜ਼ਿਸ਼ ਸੀ। ਤੇ ਇਹ ਆਪਣੇ ਆਪ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਤੇ ਉਹ ਕਰਫਿਊ ਲਗਾਉਣਾ ਜਾਂ ਉਸ ਤਰੀਕੇ ਨਾਲ ਇਹ ਸਾਰਾ ਕੁਝ ਕਰਨਾ, ਉਹਦੇ ਹਿੱਸੇ ਵਜੋਂ ਵੀ ਅਸੀਂ ਦੇਖ ਸਕਦੇ ਹਾਂ ਇਸ ਗੱਲ ਨੂੰ। 1984 'ਚ ਸ੍ਰੀ ਹਰਿਮੰਦਰ ਸਾਹਿਬ ਤੇ ਆਪਰੇਸ਼ਨ ਬਲੂ ਸਟਾਰ ਨਾਮ ਦੀ ਜਿਹੜੀ ਫੌਜੀ ਕਾਰਵਾਈ ਨੂੰ ਕਈ ਸਿਆਸੀ ਉਦੇਸ਼ਾਂ ਨੂੰ ਮੁੱਖ ਰੱਖ ਕੇ ਵੀ ਕੀਤਾ ਗਿਆ ਸੀ। ਇਹਨਾਂ 'ਚੋਂ ਇੱਕ ਸੀ ਸਿੱਖਾਂ ਦੇ ਵੱਖਰੇ ਰਾਜਨੀਤਿਕ ਮਾਹੌਲ ਨੂੰ ਤਿਆਰ ਕਰਨ ਦੇ ਵਿੱਚ ਰੁਕਾਵਟ ਖੜੀ ਕਰਨੀ, ਉਸ ਨੂੰ ਠੱਪ ਕਰਨਾ, ਜਿਹਨੂੰ ਉਸ ਵੇਲੇ ਤੱਕ ਬਹੁਤ ਵੱਡੇ ਰੂਪ 'ਚ ਸੀ, ਜਿਹੜਾ ਮਜਬੂਰੀ 'ਚ ਅਕਾਲੀ ਦਲ ਨੂੰ ਸਮਰਥਨ ਦੇਣਾ ਪੈ ਰਿਹਾ ਸੀ। ਖੁੱਲ੍ਹ ਕੇ ਤਾਂ ਵਿਰੋਧ ਕਰ ਨਹੀਂ ਸੀ ਸਕਦਾ ਅਕਾਲੀ ਦਲ ਬਾਬਾ ਜਰਨੈਲ ਸਿੰਘ ਦੀ ਗੱਲ ਨੂੰ। ਤੇ ਉਹ ਜਿਹੜੀ ਗੱਲ ਇੱਕ ਵਾਰ ਤੁਰ ਪਈ ਸੀ ਨਾ ਬਾਬਾ ਜਰਨੈਲ ਸਿੰਘ ਦੇ ਮੂੰਹੋਂ, ਪੂਰਾ ਸਿੱਖ ਵਚਨ, ਉਸ ਨੂੰ ਸਿੱਖ ਸੰਘਰਸ਼ ਸੀ ਜਿਹੜਾ, ਜਾਂ ਸਿੱਖ ਕੌਮ ਸੀ, ਉਹਨੂੰ 7 ਵਚਨ ਕਹਿ ਕੇ ਮੰਨਣ ਲੱਗ ਪਈ ਸੀ। ਅਜਿਹਾ ਇੱਕ ਵਿਲੱਖਣ, ਯੂਨੀਕ ਸਿਆਸੀ ਪ੍ਰਵਚਨ ਚੱਲ ਪਿਆ ਸੀ ਇੱਕ ਪੰਜਾਬ ਦੇ ਵਿੱਚ,
ਪੂਰੇ ਵਿਸ਼ਵ ਦੇ ਵਿੱਚ ਕਿ ਉਸ ਨੂੰ ਭਾਰਤੀ ਵਰਗ ਸੀ, ਜਿਹੜਾ ਹਾਕਮ ਵਰਗ ਸੀ, ਉਹ ਉਸ ਨੂੰ ਤੰਗ ਕਰਨ ਲੱਗ ਪਿਆ ਸੀ। ਦੇਖੋ, ਇਹ ਗੱਲ ਹੋਣੀ ਸੀ, ਦਰਬਾਰ ਸਾਹਿਬ ਤੇ ਹਮਲਾ ਕਰਨਾ ਹੀ ਕਰਨਾ ਸੀ, ਇਸ ਨੂੰ ਮੁੱਦਾ ਬਣਾਉਣਾ ਹੀ ਬਣਾਉਣਾ ਸੀ। ਪਰ ਇਸ ਤਰੀਕੇ ਨਾਲ ਭਾਰਤੀ ਹੁਕਮਰਾਨਾਂ ਨੂੰ, ਹਿੰਦੂ ਰਾਜਿਆਂ ਨੂੰ, ਹਿੰਦੂ ਹੁਕਮਰਾਨਾਂ ਨੂੰ ਜਾਂ ਹਿੰਦੂ ਰਾਜ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸਨ, ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਸੀ ਪਤਾ ਕਿ ਇਸ ਤਰੀਕੇ ਨਾਲ ਜ਼ਬਰਦਸਤ ਟੱਕਰ ਉਦੋਂ ਤੱਕ ਪਾਲੇ ਦੇ ਦੂਜੇ ਪਾਸੇ ਵੀ ਤਿਆਰ ਹੋ ਜਾਵੇਗੀ। ਇਸ ਫੌਜੀ ਕਾਰਵਾਈ ਦਾ ਦੂਜਾ ਜਿਹੜਾ ਵੱਡਾ ਟੀਚਾ ਸੀ, ਉਦੇਸ਼ ਸੀ, ਉਹ ਹਿੰਦੂ ਬਹੁ ਗਿਣਤੀ ਦਾ ਕਾਂਗਰਸ ਲਈ ਵੋਟ ਬੈਂਕ ਵਧਾਉਣਾ ਸੀ। ਉਸ ਵੋਟ ਬੈਂਕ ਨੂੰ ਤਿਆਰ ਕਰਨਾ ਸੀ ਤੇ ਆਪਣੇ ਪੱਖ ਦੇ ਵਿੱਚ ਭੁਗਤਾਉਣਾ ਸੀ। ਤੇ ਤੀਜਾ ਕਾਰਨ ਸੀ ਹਿੰਦੂਤਵ ਨੂੰ ਪਰਦੇ ਦੇ ਉਹਲੇ ਜ਼ਾਹਰਾ ਰੂਪ 'ਚ ਨਹੀਂ, ਲੁਕਵੇਂ ਰੂਪ 'ਚ ਤਕੜਾ ਕਰਨਾ, ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਉਸ ਦੇ ਆਪਣੇ ਦ੍ਰਿਸ਼ਟੀਕੋਣ ਤੋਂ ਫਾਇਦਾ ਪਹੁੰਚਾਉਂਦਾ ਸੀ। ਇਸੇ ਕਾਰਨ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਹਮਲੇ ਦੀ ਪੂਰੀ ਹਮਾਇਤ ਕੀਤੀ। ਇਸ ਫੌਜੀ ਕਾਰਵਾਈ ਦੇ ਪਿੱਛੇ ਚੌਥਾ ਕਾਰਨ ਸੀ ਪੰਜਾਬ ਦੇ ਕੁਦਰਤੀ ਸਾਧਨਾਂ ਬਾਰੇ ਜਿਹੜਾ ਸੀ ਅਕਾਲੀ ਦਲ ਨਾਲ ਅੰਦਰ ਖਾਤੇ ਸਮਝੌਤਾ ਕਰਕੇ ਉਹ ਕੁਦਰਤੀ ਸਾਧਨਾਂ ਨੂੰ ਲੁੱਟਣਾ। ਇਹਨਾਂ ਸਾਰੇ ਉਦੇਸ਼ਾਂ ਨੂੰ ਕਿੱਥੋਂ ਤੱਕ ਪੂਰਤੀ ਹੋਈ ਤੇ ਕਿੱਥੋਂ ਤੱਕ ਸਹੀ ਨੇ, ਜਾਂ ਕਿੱਥੋਂ ਤੱਕ ਮੇਰੇ ਆਪਣੇ ਵਿਚਾਰ ਨੇ, ਜਾਂ ਕਿੱਥੋਂ ਤੱਕ ਜੋ ਮੈਂ ਹੁਣ ਤੱਕ ਪੜ੍ਹਾਈ ਕੀਤੀ ਵੱਖ-ਵੱਖ ਕਿਤਾਬਾਂ ਦੀ ਜਾਂ ਵੱਖ-ਵੱਖ ਲੋਕਾਂ ਨੂੰ ਮਿਲਿਆ, ਕਿੱਥੋਂ ਤੱਕ ਸਹੀ ਹੈ, ਉਸ ਦੀ ਨਿਰਖ ਪਰਖ ਤੇ ਕਸਵੱਟੀ ਤੇ ਇਹ ਵਿਚਾਰ ਕੇ ਜਦੋਂ ਆਪਾਂ ਵਿਚਾਰਾਂਗੇ, ਗੱਲਾਂ ਵਿਚਾਰ ਵਟਾਂਦਰਾ ਕਰਾਂਗੇ, ਉਹਦੇ 'ਚੋਂ ਬਹੁਤ ਕੁਝ ਨਿਕਲਣਾ। ਤਾਂ ਹੋ ਸਕਦਾ ਇੱਕ ਵੱਖਰੀ ਵਿਧਾ ਨਿਕਲੇ ਉਹ ਆਪਣੇ ਵਿਚਾਰ ਵਟਾਂਦਰੇ 'ਚੋਂ, ਹੋ ਸਕਦਾ ਇੱਕ ਵੱਖਰੀ ਗੱਲ ਨਿਕਲੇ ਆਪਣੇ ਵਿਚਾਰ ਵਟਾਂਦਰੇ 'ਚੋਂ। ਇਹ ਸਰੋਕਾਰ ਸਾਰੇ ਜਿਹੜੇ ਹੈਗੇ ਨੇ, ਇਹ ਬਾਬਾ ਜਰਨੈਲ ਸਿੰਘ ਨਾਲ ਸਿੱਧੇ ਤੌਰ ਦੇ ਉੱਤੇ ਜੁੜੇ ਹੋਏ ਸਨ, ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਪੂਰਵ ਅਨੁਮਾਨ ਸੀ ਕਿ ਪੰਜਾਬ ਦਾ ਸਿੱਖ ਲੁੱਟਿਆ ਜਾ ਰਿਹਾ, ਪੰਜਾਬ ਦਾ ਸਿੱਖ ਕੁੱਟਿਆ ਜਾ ਰਿਹਾ, ਤੇ ਇਸ ਤਰੀਕੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਸੀ। 20ਵੀਂ ਸਦੀ 'ਚ ਬਹੁਤ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ, ਪਰ ਸਿਰਫ 1 ਸਾਲ ਭਰ ਦੀ ਯੋਜਨਾਬੱਧ ਤਿਆਰੀ ਦੇ ਬਾਅਦ ਦਿੱਤੀਆਂ ਬਾਬਾ ਭਿੰਡਰਾਂ ਵਾਲਿਆਂ ਤੇ ਉਹਨਾਂ ਦੇ ਸਾਥੀਆਂ ਦੀਆਂ ਸ਼ਹੀਦੀਆਂ ਦੀ ਕੋਈ ਮਿਸਾਲ ਨਹੀਂ ਮਿਲਦੀ ਇਤਿਹਾਸ 'ਚ। ਪੂਰੀ ਦੁਨੀਆ ਇਹ ਦੇਖ ਕੇ ਹੈਰਾਨ ਰਹਿ ਗਈ ਸੀ ਕਿ ਹਰ ਕਿਸਮ ਦੇ ਆਧੁਨਿਕ ਹਥਿਆਰਾਂ ਨਾਲ ਲੈਸ ਇੰਨੀ ਵੱਡੀ ਫੌਜ ਦਾ ਮੁਕਾਬਲਾ ਇਹਨਾਂ ਮੁੱਠੀ ਭਰ ਸਿੰਘਾਂ ਨੇ ਪੁਰਾਣੇ ਤੇ ਆਮ ਜਿਹੇ ਦੇਸੀ ਹਥਿਆਰਾਂ ਨਾਲ ਕਰਨ ਦਾ ਇੰਨਾ ਵੱਡਾ ਜਿਗਰਾ ਕਿਵੇਂ ਕੀਤਾ, ਇੰਨਾ ਦਿਲ। ਬਾਕੀ ਦੁਨੀਆ ਦੀ ਗੱਲ ਛੱਡੋ, ਕਿਸੇ ਸਿੱਖ ਨੂੰ ਵੀ ਉਮੀਦ ਨਹੀਂ ਸੀ, ਸਾਨੂੰ ਵੀ ਉਮੀਦ ਨਹੀਂ ਸੀ ਕਿ ਸੰਤ ਜੀ ਇਹ ਕਮਾਲ ਦੀ ਬਹਾਦਰੀ ਤੇ ਇੰਨੀ ਫੌਜੀ ਸੂਝ-ਬੂਝ ਦਾ ਪ੍ਰਗਟਾਵਾ ਕਰਨਗੇ। ਕਿਸੇ ਨੂੰ ਵੀ ਉਮੀਦ ਨਹੀਂ ਸੀ। ਦੁਨੀਆ ਦੀ ਗੱਲ, ਹਿੰਦੂ ਮੀਡੀਆ ਦੀ ਗੱਲ ਛੱਡੋ, ਤੇ ਜਿਹੜੇ ਭਾਰਤੀ ਫੌਜ ਦੇ ਵੱਡੇ ਵੱਡੇ ਜਨਰਲ ਕਰਨਲ ਸਨ, ਉਹਨਾਂ ਦੀ ਉਮੀਦ ਵੀ ਛੱਡੋ। ਜਿਹੜੇ ਉੱਥੇ ਰਹਿੰਦੇ ਸਨ ਆਮੋ ਸਾਹਮਣੇ ਅਕਾਲੀ ਲੀਡਰ, ਉਹਨਾਂ ਨੂੰ ਵੀ ਇੰਨੀ ਵੱਡੀ ਉਮੀਦ ਨਹੀਂ ਸੀ। ਧਰਮ ਯੁੱਧ ਮੋਰਚਾ ਸ਼ੁਰੂ ਕਰਕੇ ਅਕਾਲੀ ਲੀਡਰਾਂ ਨੇ ਅਕਾਲ ਤਖਤ ਤੇ ਅਰਦਾਸ ਕਰਨ ਤੋਂ ਬਾਅਦ ਐਲਾਨ ਕੀਤਾ ਸੀ ਇਹ ਕਿ ਉਹ ਆਪਣੀਆਂ ਮੰਗਾਂ ਮਨਵਾਏ ਬਗੈਰ ਮੋਰਚਾ ਛੱਡਣਗੇ ਨਹੀਂ ਤੇ ਆਪਣੇ ਸਰੀਰ ਕੌਮ ਦੇ ਲਈ ਵਾਰ ਦੇਣਗੇ। ਆਪਣੇ ਸਮੇਤ ਉਹਨਾਂ ਨੇ 1 ਲੱਖ ਮਰਜੀਵੜਿਆਂ ਦੇ ਦਸਖਤ ਤੇ ਉਹਨਾਂ ਤੋਂ ਸਹੁੰ ਵੀ ਚੁਕਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਤੇ ਨਾ ਅਕਾਲੀ ਉੱਥੇ ਦਿਖੇ, ਨਾ ਅਕਾਲੀਆਂ ਦੇ ਮਰਜੀਵੜੇ ਦਿਖੇ। 1 ਲੱਖ ਕਿੱਧਰ ਗਏ ਉਹ ਸਾਰੇ? ਇਹਨਾਂ ਨੇ ਸਾਰਿਆਂ ਨੇ ਸਹੁੰ ਚੁੱਕੀ ਸੀ ਕਿ ਦਰਬਾਰ ਸਾਹਿਬ ਤੇ ਜਿਸ ਦਿਨ ਹਮਲਾ ਹੋਊਗਾ ਤੇ ਆਪਣੀਆਂ ਜਾਨਾਂ ਕੁਰਬਾਨ ਕਰ ਦੇਣਗੇ ਦਰਬਾਰ ਸਾਹਿਬ ਦੇ ਨਾਂ ਦੇ ਉੱਤੇ। ਇਹਨਾਂ ਸਾਰਿਆਂ ਨੂੰ ਯਕੀਨ ਸੀ ਕਿ ਜਿਸ ਤਰ੍ਹਾਂ ਉਹ ਚੁੱਪਚਾਪ ਆਤਮ ਸਮਰਪਣ ਕਰ ਦੇਣਗੇ ਕਿ ਭਿੰਡਰਾਂ ਵਾਲੇ ਸੰਤ ਵੀ ਇਹੋ ਕਰਨਗੇ, ਉਹਨਾਂ ਨੇ ਵੀ ਆਤਮ ਸਮਰਪਣ ਕਰ ਦੇਣਾ। ਤੇ ਇਹਨਾਂ ਦੇ ਐਲਾਨ ਉਸ ਕਿਸਮ ਦੇ ਸਨ ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਜਿਹੜੇ ਅਸੀਂ ਦੇਖਦੇ ਹਾਂ ਮਰਨ ਵਰਤ ਸ਼ੁਰੂ ਕਰਨ ਦੇ ਐਲਾਨ ਹੁੰਦੇ ਸਨ, ਤੇ ਅਕਾਲ ਤਖਤ ਸਾਹਿਬ ਦੇ ਉੱਪਰ ਸੜ ਮਰਨ ਤੇ ਢਕਵਾਂਜ ਰਚੇ ਗਏ। ਤੇ ਗਦਾਰ ਅਕਾਲੀ ਲੀਡਰਸ਼ਿਪ ਦੇ ਇਹਨਾਂ ਜਿਹੜੇ ਸ਼ੋਸ਼ੇਬਾਜ਼ੀਆਂ, ਡਰਾਮੇਬਾਜ਼ੀਆਂ ਦਾ ਜਿਹੜਾ ਪਾਜ ਖੋਲ੍ਹਦੀ ਦਰਸ਼ਨ ਸਿੰਘ ਫੇਰੂਮਾਨ ਦੀ ਜਿਹੜੀ ਆਖਰੀ ਵਸੀਅਤ ਹੈ, ਉਹਦੇ 'ਚ ਸਾਰਾ ਕੁਝ ਦਿੱਤਾ ਗਿਆ। ਉਹਨੇ ਇਹਨਾਂ ਨੂੰ ਫਿਰ ਇਹਨਾਂ ਦੇ ਪਾਜ ਖੋਲ੍ਹੇ ਸਨ ਸ਼ਹਾਦਤ ਦੇ ਕੇ। ਤੇ ਦਰਸ਼ਨ ਸਿੰਘ ਫੇਰੂਮਾਨ ਬਾਰੇ ਬਹੁਤ ਘੱਟ ਲੋਕ ਸਾਡੇ ਜਾਣਦੇ ਨੇ ਕਿ ਉਹ ਕਾਂਗਰਸੀ ਸਿੱਖ ਸਨ। ਸੋ ਗੱਲ ਅਸੀਂ ਸੰਤਾਂ ਦੀ ਕਰ ਰਹੇ ਹਾਂ। ਸੰਤਾਂ ਦੀ ਜਿਹੜੀ ਲਾਸਾਨੀ ਸ਼ਹੀਦੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਉਹਨਾਂ ਨੇ ਸ਼ਹੀਦੀ ਨੂੰ ਆਪ ਅਪਣਾਇਆ। ਤੇ ਦੂਜੇ ਪਾਸੇ ਅਕਾਲੀ ਲੀਡਰ ਸ਼ਹਾਦਤ ਤੋਂ ਭੱਜੇ, ਪੰਥ ਦੋਖੀਆਂ ਤੇ ਵਿਰੋਧੀਆਂ ਨੂੰ ਖੁਸ਼ ਕਰਨ ਦੇ ਲਈ ਤੇ ਆਪਣੀਆਂ ਕੁਰਸੀਆਂ ਦੇ ਲਈ ਉਹ ਸੰਤਾਂ ਦੀ ਜਿਹੜੀ ਸ਼ਹਾਦਤ ਹੈ, ਮਹਾਨ ਸ਼ਹੀਦ ਨੇ, ਉਹਨਾਂ ਦਾ ਉਹ ਨਾਮ ਵੀ ਨਹੀਂ ਲੈਂਦੇ। ਉਹਨਾਂ ਦਾ ਨਾਮ ਲੈਣਾ ਆਪਣੇ ਆਪ ਦੇ ਵਿੱਚ ਉਹ ਇੱਕ ਤਰ੍ਹਾਂ ਦਾ ਅਪਰਾਧ ਸਮਝਦੇ ਨੇ। ਜਿਨ੍ਹਾਂ ਮੰਗਾਂ ਦੇ ਲਈ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਸੀ ਤੇ ਜਿਸ ਉਦੇਸ਼ ਦੇ ਲਈ ਸੰਤਾਂ ਨੇ ਇੰਨੀ ਵੱਡੀ ਕੁਰਬਾਨੀ ਕੀਤੀ, ਉਹ ਸਾਰਾ ਕੁਝ ਅਕਾਲੀ ਲੀਡਰਾਂ ਨੇ ਖੂਹ ਖਾਤੇ 'ਚ ਪਾਤਾ।
ਦਰਬਾਰ ਸਾਹਿਬ ਦੇ ਉੱਪਰ ਹਮਲੇ ਨੂੰ ਗੁਰੂ ਤੇ ਹਮਲਾ ਸਮਝਣ ਦੀ ਤੇ ਇਸ ਤੇ ਡਟ ਕੇ ਮੁਕਾਬਲਾ ਕਰਨ ਤੇ ਸ਼ਹੀਦ ਹੋਣ ਦੀ ਪਰੰਪਰਾ ਨਵੀਂ ਪਰੰਪਰਾ ਨਹੀਂ ਕੋਈ, ਕਿ ਬਾਬਾ ਜਰਨੈਲ ਸਿੰਘ ਨੇ ਏਦਾਂ ਕਰਕੇ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ। ਸ਼ਹਾਦਤ ਹੈ, ਰੀਤ ਹੈ ਸਿੱਖੀ ਦੀ, ਇੱਕ ਇਤਿਹਾਸ ਆ ਲੰਬਾ ਚੌੜਾ। ਇਹ ਪਰੰਪਰਾ ਹੈ, ਵਿਰਸਾ। ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਉੱਥੇ ਹਥਿਆਰ ਨਹੀਂ ਸੀ ਜਾਣੇ ਚਾਹੀਦੇ, ਉਹ ਅਸੀਂ ਪਹਿਲੇ ਸਾਡੇ ਐਪੀਸੋਡਸ ਜਿੰਨੇ ਅਸੀਂ ਗੱਲਾਂ ਕੀਤੀਆਂ ਉਹਨਾਂ ਚੋਂ ਅਸੀਂ ਇਹਦੇ ਵਿੱਚ ਐਪੀਸੋਡ ਦੇ ਵਿੱਚ ਜਵਾਬ ਦੇ ਚੁੱਕੇ ਹਾਂ। ਸ਼ਹਾਦਤ ਦੀ ਜਿਹੜੀ ਪਰੰਪਰਾ ਦਰਬਾਰ ਸਾਹਿਬ ਦੇ ਲਈ ਬਹੁਤ ਸਾਰੇ ਸਿੰਘਾਂ ਨੇ ਉੱਥੇ ਸ਼ਹੀਦੀਆਂ ਦਿੱਤੀਆਂ, ਆਪਣੀਆਂ ਕੁਰਬਾਨੀਆਂ ਦਿੱਤੀਆਂ। ਕਈ ਵਾਰ ਜਿਹੜੇ ਦਰਬਾਰ ਸਾਹਿਬ ਨੂੰ ਢਾਉਣ ਵਾਲੇ ਅਬਦਾਲੀ ਦੀ ਫੌਜ ਦੇ ਲੋਕ ਹੁੰਦੇ ਸਨ, ਉਹਨਾਂ ਨੂੰ ਘੇਰ ਕੇ ਲਾਹੌਰ ਤੋਂ ਦੁਬਾਰਾ ਮੋੜ ਕੇ ਵਲ ਪਾ ਕੇ ਦਰਬਾਰ ਸਾਹਿਬ ਲਿਆਉਂਦਾ ਤੇ ਉਹਨਾਂ ਨੂੰ ਰੱਸੀਆਂ ਪਾ ਕੇ ਲਿਆਉਂਦਾ ਜਿਨ੍ਹਾਂ ਨੇ ਢਾਇਆ ਸੀ ਦਰਬਾਰ ਸਾਹਿਬ, ਤੇ ਉੱਥੇ ਉਹਨਾਂ ਕੋਲੋਂ ਹੀ ਸੇਵਾ ਕਰਵਾ ਕੇ ਉਹਨਾਂ ਕੋਲੋਂ ਹੀ ਉਸਾਰੀਆਂ ਕਰਵਾਈਆਂ ਦਰਬਾਰ ਸਾਹਿਬ ਦੀਆਂ। ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਸੀ ਕਿ ਦਰਬਾਰ ਸਾਹਿਬ ਜਦੋਂ ਢਾਹ ਕੇ ਗਏ ਨੇ ਤੇ ਸਿੰਘ ਇਧਰੋਂ ਉਸਾਰੀ ਕਰ ਰਹੇ ਹੁੰਦੇ ਸਨ, ਉਤੋਂ ਫੇਰ ਹਮਲਾ ਹੋ ਜਾਂਦਾ ਸੀ। ਸੋ ਇਹ ਪਰੰਪਰਾ ਰਹੀ ਹੈ ਤੇ ਸ਼ਹਾਦਤਾਂ ਦਾ ਵੀ ਇੱਕ ਆਪਣਾ ਇਤਿਹਾਸ ਹੈ। ਬਾਬਾ ਦੀਪ ਸਿੰਘ ਜੀ ਨੇ 1706 ਚ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹਾਸਲ ਕੀਤੀ ਸੀ, ਸੰਥਿਆ ਲਈ ਸੀ, ਤੇ ਫਿਰ ਉਹਨਾਂ ਨੇ ਦਮਦਮਾ ਸਾਹਿਬ ਚ ਗੁਰਬਾਣੀ ਅਰਥਾਂ ਤੇ ਗੁਰਮਤ ਵਿਚਾਰਧਾਰਾ ਤੇ ਪ੍ਰਚਾਰ ਲਈ ਪਰੰਪਰਾ ਚਲਾਈ, ਜਿਹੜੀ ਬਾਅਦ ਦੇ ਵਿੱਚ ਦਮਦਮੀ ਟਕਸਾਲ ਦੇ ਨਾਲ ਪ੍ਰਸਿੱਧ ਹੋਈ। ਉਹਨਾਂ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਜਾਣਕਾਰੀ ਦਿੰਦੇ ਸਨ, ਉਹਦੇ ਬਾਰੇ ਪੂਰੀ ਉੱਥੇ ਟਕਸਾਲ ਆਪਣਾ ਕਾਰਜ ਨਿਭਾਉਂਦੀ ਸੀ ਤੇ ਹੱਥ ਲਿਖਤ ਬੀੜਾਂ ਤਿਆਰ ਕਰਦੇ ਸਨ। 1757 ਚ ਖਬਰ ਮਿਲੀ ਬਾਬਾ ਜੀ ਨੂੰ ਕਿ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਬਰੂਦ ਨਾਲ ਉਡਾਤਾ ਤੇ ਸਰੋਵਰ ਨੂੰ ਪੂਰ ਦਿੱਤਾ, ਗਊਆਂ ਨਾਲ, ਗਊਆਂ ਦੇ ਪਿੰਜਰਾਂ ਨਾਲ, ਗਊਆਂ ਦੀਆਂ ਹੱਡੀਆਂ ਨਾਲ। ਤਾਂ ਬਿਲਕੁਲ ਜਦੋਂ ਉਹਨਾਂ ਨੂੰ ਇਹ ਖਬਰ ਮਿਲਦੀ ਹੈ ਉਦੋਂ ਬਾਬੇ ਦੀ ਉਮਰ 80 ਸਾਲ ਸੀ, ਪਰ ਉਹਨਾਂ ਨੇ ਇਹ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਤੇ ਪਠਾਣਾ ਨੂੰ ਦਰਬਾਰ ਸਾਹਿਬ ਚੋਂ ਕੱਢਣ ਤੇ ਇਹਦੀ ਮੁੜ ਉਸਾਰੀ ਲਈ ਉਹ ਤੁਰ ਪਏ ਆਪਣਾ ਜਥਾ ਲੈ ਕੇ। ਰਸਤੇ 'ਚ ਪ੍ਰਚਾਰ ਕਰਦੇ, ਆਪਣੇ ਨਾਲ ਸਿੰਘਾਂ ਨੂੰ ਇਕੱਠੇ ਕਰਦੇ। ਜਦੋਂ ਉਹ ਤਰਨਤਾਰਨ ਪਹੁੰਚੇ ਤਾਂ ਉਹਨਾਂ ਦੇ ਨਾਲ 5000 ਸਿੰਘ ਸ਼ਾਮਲ ਹੋ ਗਏ। 5000 ਸਿੰਘਾਂ ਦਾ ਵੱਡਾ ਜਥਾ ਬਣ ਗਿਆ। ਇਹਨਾਂ 'ਚ ਜੋਸ਼ ਬਹੁਤ ਸੀ, ਪਰ ਹਥਿਆਰ ਕਿਰਪਾਨਾਂ, ਗੰਡਾਸੇ ਤੇ ਬਰਛੇ ਸਨ ਬਸ। ਤੇ ਉਹਨਾਂ ਨੂੰ ਆਪਣੀ ਕਿਸਮਤ ਦਾ ਪਤਾ ਸੀ ਕਿ ਉਹਨਾਂ 'ਚੋਂ ਸ਼ਾਇਦ ਹੀ ਕੋਈ ਵਾਪਸ ਆਵੇ। ਮੌਤ ਨੂੰ ਵਿਆਹਣ ਜਾ ਰਹੇ ਸਨ। ਅਬਦਾਲੀ ਦਾ ਜਰਨੈਲ ਜਹਾਨ ਖਾਨ ਉਹਦੀ ਵੱਡੀ ਫੌਜ ਨਾਲ ਪਿੰਡ ਗੋਲਵੜ ਦੇ ਕੋਲ ਬਾਬਾ ਦੀਪ ਸਿੰਘ ਦੇ ਲਸ਼ਕਰ ਨਾਲ ਜਾ ਟਕਰਾਇਆ। ਸਿੰਘਾਂ ਦਾ ਬਹੁਤ ਨੁਕਸਾਨ ਹੋਇਆ, ਪਰ ਆਪਣੇ ਮਿੱਥੇ ਟੀਚੇ ਨੂੰ ਪੂਰਾ ਕਰਦੇ ਹੋਏ ਉਹ ਪਰਿਕਰਮਾ 'ਚ ਪਹੁੰਚ ਹੀ ਗਏ। ਤੇ ਜਿਹੜੇ ਸਾਡੇ ਪੁਰਾਤਨ ਸਰੋਤ ਨੇ, ਸੋਰਸਿਸ ਨੇ ਇਤਿਹਾਸ ਦੱਸਣ ਵਾਲੇ, ਕਿ ਬਾਬਾ ਦੀਪ ਸਿੰਘ ਜੀ ਵੱਲੋਂ ਸੀਸ ਤਲੀ ਦੇ ਉੱਪਰ ਰੱਖ ਕੇ ਜੂਝਣ ਦਾ ਜ਼ਿਕਰ ਹੈ ਉਹਦੇ 'ਚ, ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਜਿਹੜੀ ਹੈ ਉਹ ਪਰਿਕਰਮਾ 'ਚ ਹੁੰਦੀ ਹੈ, ਉੱਥੇ ਸਥਾਨ ਹੁੰਦੀ ਹੈ। ਤੇ ਉੱਥੇ ਸਿੰਘਾਂ ਨੇ ਬਹੁਤ ਜਲਦੀ ਦਰਬਾਰ ਸਾਹਿਬ ਦੀ ਉਸਾਰੀ ਕਰ ਲਈ ਸੀ ਦੁਬਾਰਾ। ਤੇ ਇਸੇ ਤਰ੍ਹਾਂ ਇੱਕ ਨਾਮ ਹੋਰ ਆਉਂਦਾ ਸਾਡੇ ਕੋਲ, ਬਾਬਾ ਗੁਰਬਖਸ਼ ਸਿੰਘ। ਅਬਦਾਲੀ ਨੂੰ ਪਤਾ ਲੱਗਿਆ ਕਿ ਸਿੰਘਾਂ ਨੇ ਆਪਣੀ ਤਾਕਤ ਦੇ ਸੋਮੇ ਦਰਬਾਰ ਸਾਹਿਬ ਦੀ ਦੁਬਾਰਾ ਉਸਾਰੀ ਕਰ ਲਈ ਹੈ, ਤਾਂ ਉਸਨੇ ਫੇਰ ਅੰਮ੍ਰਿਤਸਰ ਵੱਲ ਮਾਰਚ ਕੀਤਾ। ਪੂਰੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ। ਕੋਈ ਸਿੰਘ ਬਚ ਕੇ ਨਾ ਨਿਕਲਿਆ ਇਸ ਵਾਰੀ। ਬਹੁਤ ਸਾਰੇ ਸਿੰਘ ਅੰਮ੍ਰਿਤਸਰ ਖਾਲੀ ਕਰ ਗਏ, ਪਰ ਬਾਬਾ ਗੁਰਬਖਸ਼ ਸਿੰਘ ਦੀ ਕਮਾਨ ਦੇ ਥੱਲੇ ਸਿਰਫ 30 ਸਿੰਘ ਦਰਬਾਰ ਸਾਹਿਬ ਦੀ ਰਖਵਾਲੀ ਲਈ ਮੁਕਾਬਲੇ ਦੀ ਉਡੀਕ 'ਚ ਬੈਠੇ ਰਹੇ। ਉਡੀਕ ਕਰ ਰਹੇ ਨੇ 30 ਸਿੰਘ ਕਿ ਫੌਜ ਆਏਗੀ, ਉਹਦੇ ਨਾਲ ਮੁਕਾਬਲਾ ਕਰਾਂਗੇ। ਕਾਜ਼ੀ ਨੂਰ ਮੁਹੰਮਦ ਨੇ ਇੱਕ ਜੰਗਨਾਮਾ ਲਿਖਿਆ, ਮੁਸਲਮਾਨਾਂ ਦਾ ਹੀ ਲੇਖਕ ਹੋਇਆ। ਉਹਨੇ ਇੱਕ ਜੰਗਨਾਮਾ ਲਿਖਿਆ, ਉਹਦੇ 'ਚ ਲਿਖਿਆ ਕਿ ਖੇਮਕਰਨ ਦੇ ਗੁਰਬਖਸ਼ ਸਿੰਘ ਤੇ ਉਹਦੇ ਸਾਥੀਆਂ ਨੇ ਜਿਸ ਬਹਾਦਰੀ ਨਾਲ ਲੜਦਿਆਂ ਸ਼ਹੀਦੀਆਂ ਪਾਈਆਂ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਤੇ ਇਹਨਾਂ ਦਾ ਸ਼ਹੀਦੀ ਸਥਾਨ ਵੀ ਗੁਰਦੁਆਰੇ ਦੀ ਸ਼ਕਲ ਦੇ ਵਿੱਚ ਬਿਲਕੁਲ ਅਕਾਲ ਤਖਤ ਦੇ ਪਿੱਛੇ ਕਾਇਮ ਹੈ। ਬਹੁਤੇ ਸਿੰਘਾਂ ਨੇ ਦਰਸ਼ਨ ਜ਼ਰੂਰ ਕੀਤੇ ਹੋਣਗੇ। ਤੇ ਇਹਨਾਂ ਤੋਂ ਬਾਅਦ ਨਾਮ ਆਉਂਦਾ ਤੀਜੇ ਨੰਬਰ ਤੇ ਬਾਬਾ ਜਰਨੈਲ ਸਿੰਘ ਦਾ। ਧਰਮ ਯੁੱਧ ਮੋਰਚਾ ਜਦੋਂ ਸ਼ੁਰੂ ਹੋਇਆ ਤਾਂ 1100 ਦੇ ਕਰੀਬ ਸਿੰਘਾਂ ਦੇ ਪਹਿਲੇ ਜਥੇ ਦੀ ਅਗਵਾਈ ਬਾਦਲ ਨੇ ਕੀਤੀ ਤੇ 3 ਮਹੀਨਿਆਂ 'ਚ 50,000 ਤੋਂ ਵੱਧ ਸਿੰਘਾਂ ਨੇ ਗ੍ਰਿਫਤਾਰੀ ਦੇਤੀ ਸੀ। ਤੇ ਮੋਰਚੇ ਦੀਆਂ ਮੰਗਾਂ ਤਾਂ ਸਾਰਿਆਂ ਨੂੰ ਪਤਾ ਹੀ ਹੈ। ਆਨੰਦਪੁਰ ਸਾਹਿਬ ਦਾ ਮਤਾ, ਰਾਜਾਂ ਲਈ ਵੱਧ ਅਧਿਕਾਰ, ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਬੰਦ ਕਰਾਉਣੀ, ਚੰਡੀਗੜ੍ਹ ਦੇ ਪੰਜਾਬੀ ਬੋਲਦੇ ਇਲਾਕੇ, ਏਦਾਂ ਉਦਾਂ ਦੀਆਂ ਮੰਗਾਂ ਸਨ। ਸਿੱਖੀ ਨਾਲ ਵਾਹ ਵਾਸਤਾ ਇਹਨਾਂ ਮੰਗਾਂ ਦਾ ਘੱਟ ਸੀ, ਪਰ ਆਨੰਦਪੁਰ ਦੇ ਮਤੇ 'ਚ ਸਿੱਖੀ ਦੇ ਬੋਲ ਬਾਲੇ ਦੀ ਗੱਲ ਜ਼ਰੂਰ ਸੀ। ਦਿੱਲੀ ਸਰਕਾਰ
ਕੋਈ ਮੰਗ ਮੰਨਣ ਲਈ ਤਿਆਰ ਨਹੀਂ ਸੀ। ਮੋਰਚਾ ਫੇਲ ਕਰਨ ਲਈ ਹੌਲੀ-ਹੌਲੀ ਕੌਮ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਕੁਝ ਗੁਰਦੁਆਰਾ ਸਾਹਿਬ ਦੇ ਵਿੱਚ ਵੱਖ-ਵੱਖ ਜਿਹੜੇ ਪੰਜਾਬ ਦੇ ਵਿੱਚ ਸਨ, ਉੱਥੇ ਇੱਕ ਯੋਜਨਾਬੱਧ ਢੰਗ ਦੇ ਨਾਲ ਸਿਗਰਟਾਂ ਸੁਟਵਾਈਆਂ ਗਈਆਂ ਸਰੋਵਰਾਂ 'ਚ, ਹਿੰਦੂ ਸਿੱਖਾਂ ਨੂੰ ਆਪਸ ਦੇ ਵਿੱਚ ਲੜਾਇਆ ਗਿਆ, ਪੂਰੇ ਮੁਲਕ ਦੇ ਵਿੱਚ ਬਦਨਾਮ ਕੀਤਾ ਗਿਆ। ਉਸ ਲਹਿਰ ਨੂੰ, ਉਸ ਮੋਰਚੇ ਨੂੰ ਫੇਲ ਕਰਨ ਦੇ ਲਈ ਤੇ ਬਾਬਾ ਜਰਨੈਲ ਸਿੰਘ ਨੂੰ ਇੱਕ ਹਊਆ ਬਣਾ ਕੇ ਪੇਸ਼ ਕਰਨ ਦੇ ਲਈ 1982 ਦੀਆਂ ਏਸ਼ੀਅਨ ਖੇਡਾਂ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਸਿੱਖਾਂ ਨਾਲ ਕੀ ਕੀਤਾ ਗਿਆ, ਇਹ ਸਾਰਿਆਂ ਨੂੰ ਪਤਾ। 1947 ਤੋਂ ਬਾਅਦ ਹੀ ਇਹ ਸਾਰਾ ਕੁਝ ਹੁੰਦਾ ਰਿਹਾ। ਤੇ ਭਜਨ ਲਾਲ ਦੀ ਆਪਣੀ ਇੱਕ ਜਿਹੜੀ ਸਿੱਖ ਵਿਰੋਧੀ ਉਹਦੇ 'ਚ ਗੱਲ ਸੀ, ਉਸ ਤੋਂ ਸਾਰੇ ਜਾਣੂ ਨੇ। ਭਾਈ ਸੁਰਿੰਦਰ ਸਿੰਘ ਸੋਢੀ ਉੱਥੋਂ ਤੱਕ ਪਹੁੰਚ ਗਏ ਸਨ, ਇਹ ਬਹੁਤੇ ਲੋਕਾਂ ਨੂੰ ਪਤਾ ਹੈ ਇਸ ਗੱਲ ਦਾ। ਤੇ ਜਦੋਂ ਉਹ ਸੰਤਾਂ ਨਾਲ ਗੱਲ ਕਰਦੇ ਨੇ ਫੋਨ ਦੇ ਉੱਤੇ ਕਿ ਮੈਂ ਉੱਥੇ ਪਹੁੰਚ ਗਿਆ ਜੀ, ਦੱਸੋ ਹੁਕਮ ਕਰੋ। ਤੇ ਸੰਤਾਂ ਦਾ ਭਾਈ ਸੁਰਿੰਦਰ ਸਿੰਘ ਸੋਢੀ ਨਾਲ ਕਾਫੀ ਪਿਆਰ ਸੀ, ਕਾਫੀ ਉਹਨਾਂ ਨੂੰ ਆਪਣਾ ਛੋਟਾ ਭਰਾ ਹੀ ਮੰਨਦੇ ਸਨ। ਤੇ ਜਦੋਂ ਭਾਈ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਜੀ ਕੰਮ ਤਾਂ ਹੋ ਜਾਊਗਾ ਪਰ ਮੈਂ ਨਹੀਂ ਆ ਸਕਦਾ ਵਾਪਸ, ਤਾਂ ਸੰਤਾਂ ਨੇ ਕਿਹਾ ਸੀ ਕਿ ਨਹੀਂ, ਸਾਨੂੰ ਤੇਰੀ ਲੋੜ ਹੈ। ਸੋ ਭਜਨ ਲਾਲ ਨੇ ਕਿਸ ਤਰੀਕੇ ਨਾਲ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਹਰਿਆਣੇ ਦੇ ਵਿੱਚ, ਉਹ ਆਪਣੇ ਆਪ ਦੇ ਵਿੱਚ ਇੱਕ ਸਾਡੇ ਕੋਲ ਉਹਦੇ ਸਬੂਤ ਨੇ ਆਪਣੇ ਆਪ ਦੇ ਵਿੱਚ, ਉਹ ਵੀ ਇੱਕ ਇਤਿਹਾਸ ਬਣ ਚੁੱਕਾ ਹੈ। ਤੇ ਅੱਜ ਭਜਨ ਲਾਲ ਦਾ ਨਾਮ ਕੋਈ ਨਹੀਂ ਜਾਣਦਾ, ਉੱਥੇ ਖਤਮ ਹੋ ਗਿਆ। ਉਹ ਸਾਰਿਆਂ ਨੂੰ ਪਤਾ ਕਿਸ ਤਰੀਕੇ ਨਾਲ ਖਤਮ ਹੋਇਆ, ਤੇ ਉਹ ਪਰਿਵਾਰ ਹੀ ਹੁਣ ਖਤਮ ਹੋਣ ਦੇ ਕੰਢੇ ਹੈ। ਤੇ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਸਨ ਉਸ ਵੇਲੇ, ਉਹ ਵਾਰਦਾਤਾਂ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਿੱਧਾ ਸੰਤ ਭਿੰਡਰਾਂ ਵਾਲਿਆਂ ਨਾਲ ਜੋੜ ਦਿੱਤਾ ਜਾਂਦਾ ਸੀ। ਕੋਈ ਵੀ ਦਿਨ ਖਾਲੀ ਨਹੀਂ ਸੀ ਜਾਂਦਾ ਜਦੋਂ ਹਿੰਦੁਸਤਾਨ ਤੇ ਸਾਰੀ ਦੁਨੀਆ ਦੀਆਂ ਅਖਬਾਰਾਂ ਤੇ ਮੀਡੀਆ ਵਾਲੇ ਸੰਤਾਂ ਨਾਲ ਇੰਟਰਵਿਊ ਨਹੀਂ ਕਰਦੇ ਸਨ। ਤੇ ਇੰਟਰਵਿਊ ਲਈ ਰੋਜ਼ ਕੋਈ ਨਾ ਕੋਈ ਉੱਥੇ ਵਿਦੇਸ਼ੀ, ਦੇਸੀ, ਸਭ ਤਰ੍ਹਾਂ ਦੇ ਪੱਤਰਕਾਰ ਉੱਥੇ ਪਹੁੰਚਦੇ ਸਨ। ਹਰ ਰਸਾਲੇ ਦੇ ਵਿੱਚ, ਹਰ ਅਖਬਾਰ ਦੇ ਵਿੱਚ, ਹਰ ਰੇਡੀਓ ਦੇ ਵਿੱਚ ਉਹਨਾਂ ਦਾ ਇੰਟਰਵਿਊ ਚੱਲਿਆ, ਛਪਿਆ, ਨਸ਼ਰ ਹੋਇਆ। ਉਹ ਹਮੇਸ਼ਾ ਇਹ ਗੱਲ ਕਰਦੇ ਸਨ, ਗਿਲਾ ਕਰਦੇ ਸਨ ਕਿ ਜੋ ਮੈਂ ਬਿਆਨ ਨਹੀਂ ਦਿੰਦਾ ਉਹ ਗੱਲ ਪ੍ਰੈਸ ਵਾਲੇ ਛਾਪ ਦਿੰਦੇ ਨੇ, ਤੇ ਜੋ ਮੈਂ ਗੱਲ ਕਰਦਾ ਉਹ ਛਾਪਦੇ ਨਹੀਂ ਹੈਗੇ। ਇਹ ਮੀਡੀਆ ਜਿਹੜਾ ਹੈਗਾ, ਇਹ ਵੱਖ-ਵੱਖ ਮੁਲਕਾਂ ਦੇ ਵਿੱਚ ਆਪਣੀ ਭੂਮਿਕਾ ਇਸੇ ਤਰ੍ਹਾਂ ਨਿਭਾ ਰਿਹਾ, ਅੱਜ ਵੀ ਨਿਭਾ ਰਿਹਾ। ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਨੇ ਜਿੱਥੇ ਗਊ ਗਰੀਬ ਦੇ ਉੱਤੇ ਸੰਘਰਸ਼ ਕਰਨ ਵਾਲਿਆਂ ਤੇ ਜ਼ੁਲਮ ਹੋ ਰਹੇ ਨੇ, ਤੇ ਮੀਡੀਆ ਆਪਣੇ ਤਰੀਕੇ ਨਾਲ ਉਹਨਾਂ ਨੂੰ ਦਹਿਸ਼ਤਵਾਦੀ, ਦਹਿਸ਼ਤਗਰਦ ਜਾਂ ਹੋਰ ਜੋ ਵੀ ਨਾਮ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਦੇ ਰਿਹਾ। ਇੱਕ ਮਸ਼ਹੂਰ ਟੇਪ ਹੈ, ਇੱਕ ਵੀਡੀਓ ਆਮ ਹੀ ਆਪਾਂ ਦੇਖਦੇ ਹਾਂ, ਜਿਹਦੇ 'ਚ ਬਾਬਾ ਜਰਨੈਲ ਸਿੰਘ ਦੀ ਉਹ ਤਕਰੀਰ ਹੈ, ਉਹ ਭਾਸ਼ਣ ਹੈ ਜਿਹੜਾ ਉਹਨਾਂ ਨੇ ਮੰਜੀ ਸਾਹਿਬ ਦੇ ਸਥਾਨ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਲਾਨਾ ਸਮਾਗਮ 'ਚ ਕੁਝ ਸਤੰਬਰ ਜਾਂ ਅਕਤੂਬਰ ਮਹੀਨੇ 'ਚ 1983 'ਚ ਉਹਨਾਂ ਨੇ ਭਾਸ਼ਣ ਕੀਤਾ ਹੋਊਗਾ। ਉਹ ਤੇ ਬਹੁਤ ਲੰਮਾ ਭਾਸ਼ਣ ਹੈ, ਜਿਹਦੇ 'ਚ ਸੰਤਾਂ ਨੇ 3 ਬਹੁਤ ਸਪਸ਼ਟ ਗੱਲਾਂ ਕੀਤੀਆਂ ਨੇ, ਜਿਨ੍ਹਾਂ 'ਚ ਉਹਨਾਂ ਦੀ ਸੱਚਾਈ, ਦੂਰ ਦੀ ਸੋਚ ਤੇ ਕੁਰਬਾਨੀ ਦਾ ਜਜ਼ਬਾ ਬਹੁਤ ਸਪਸ਼ਟ ਹੋ ਕੇ ਸਾਨੂੰ ਦਿਖਦਾ, ਸਪਸ਼ਟ ਹੋ ਕੇ ਮਿਲਦਾ ਸਾਨੂੰ। ਉਹਨਾਂ ਨੇ ਹੋਰ ਲੀਡਰਾਂ ਨਾਲ ਮਿਲ ਕੇ ਅਗਸਤ 1982 'ਚ ਅਕਾਲ ਤਖਤ ਦੇ ਉੱਪਰ ਅਰਦਾਸ ਕੀਤੀ ਸੀ ਤੇ ਪ੍ਰਣ ਲਿਆ ਸੀ ਕਿ ਸ਼ਾਂਤਮਈ ਧਰਮ ਯੁੱਧ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹਨਾਂ ਦੀਆਂ ਮੰਗਾਂ, ਖਾਸ ਤੌਰ ਤੇ ਅਨੰਦਪੁਰ ਸਾਹਿਬ ਦੇ ਮਤੇ 'ਚ ਦਰਜ ਇੱਕ-ਇੱਕ ਮੰਗ ਮੰਨ ਨਹੀਂ ਲਈ ਜਾਂਦੀ। ਤੇ ਸੰਤ ਜੀ ਇਹਨਾਂ ਮੰਗਾਂ ਬਾਰੇ ਕੋਈ ਸਮਝੌਤਾ ਨਹੀਂ ਕਰਨਗੇ, ਭਾਵੇਂ ਜਾਨ ਕਿਉਂ ਨਾ ਦੇਣੀ ਪਏ। ਤੇ ਦੂਜੀ ਗੱਲ ਇਹ ਸੀ ਜਿਹੜੀ ਉਹ ਸਪਸ਼ਟ ਤੌਰ ਤੇ ਕਹਿੰਦੇ ਸੀ, ਉਹਨਾਂ ਨੂੰ ਪੱਕਾ ਯਕੀਨ ਸੀ ਕਿ ਇੰਦਰਾ ਗਾਂਧੀ ਮੰਗਾਂ ਪ੍ਰਵਾਨ ਕਰੇਗੀ, ਅਕਾਲੀਆਂ ਨੂੰ ਗੱਲਬਾਤ 'ਚ ਉਲਝਾਈ ਰੱਖੇਗੀ ਤੇ ਅਖੀਰ ਨੂੰ ਫੌਜ ਨੂੰ ਇਸ ਮੰਤਵ ਦੇ ਲਈ, ਇਸ ਉਦੇਸ਼ ਦੇ ਲਈ ਦਰਬਾਰ ਸਾਹਿਬ 'ਚ ਭੇਜੇਗੀ ਕਿ ਸਿੱਖ ਨਾ ਕੇਵਲ ਸਰੀਰਕ ਤੌਰ ਤੇ ਆਤਮ ਸਮਰਪਣ ਕਰਨ, ਸਗੋਂ ਆਪਣੀਆਂ ਮੰਗਾਂ ਵੀ ਵਿੱਚੇ ਛੱਡ ਦੇਣ। ਇਹ ਉਹਨਾਂ ਨੂੰ ਪਤਾ ਸੀ। ਤੀਜੀ ਜਿਹੜੀ ਗੱਲ ਸਪਸ਼ਟ ਸੀ, ਉਹਨਾਂ ਨੇ ਪੂਰੀ ਤਰ੍ਹਾਂ ਇਹ ਗੱਲ ਕਹੀ ਉਸ ਭਾਸ਼ਣ ਦੇ ਵਿੱਚ ਕਿ ਪੂਰੀ ਤਾਕਤ ਨਾਲ ਫੌਜ ਦੇ ਦਰਬਾਰ ਸਾਹਿਬ ਅੰਦਰ ਦਾਖਲੇ ਨੂੰ ਉਹ ਰੋਕਣਗੇ ਤੇ ਸਿੱਖੀ ਦੀ ਸ਼ਾਨਦਾਰ ਰਵਾਇਤ ਜਿਹੜੀ ਹੈ ਉਹਦੇ ਮੁਤਾਬਕ ਇਸ ਸੰਕਟ ਦਾ ਮੁਕਾਬਲਾ ਕਰਨਗੇ। ਉਹਨਾਂ ਨੇ ਸਪਸ਼ਟ ਤੇ ਜ਼ੋਰਦਾਰ ਸ਼ਬਦਾਂ ਰਾਹੀਂ ਇਹ ਕਿਹਾ ਸੀ ਕਿ ਉਹ ਆਪ ਅਤੇ ਉਹਨਾਂ ਦੇ ਸਾਥੀ ਸੂਰਮ ਗਤੀ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਣਗੇ ਤੇ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲੇ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਲਾ ਦੇਣਗੇ
ਪਰ ਉਹ ਕਦੇ ਵੀ ਆਤਮ ਸਮਰਪਣ ਨਹੀਂ ਕਰਨਗੇ। ਇਹ ਤਿੰਨ ਗੱਲਾਂ ਉਸ ਭਾਸ਼ਣ 'ਚੋਂ ਸਾਨੂੰ ਮਿਲਦੀਆਂ ਨੇ ਤੇ ਇੱਥੋਂ ਅਸੀਂ ਅਨੁਮਾਨ ਲਾ ਸਕਦੇ ਹਾਂ ਉਹਨਾਂ ਦੀ ਜਿਹੜੀ ਸੂਝ-ਬੂਝ, ਦੂਰਦ੍ਰਿਸ਼ਟੀ। 1983 ਦੀ ਗੱਲ ਹੈ, ਸਤੰਬਰ ਜਾਂ ਅਕਤੂਬਰ 'ਚ ਡੇਟ ਯਾਦ ਨਹੀਂ ਹੈਗੀ। ਸਤੰਬਰ ਜਾਂ ਅਕਤੂਬਰ 'ਚ ਇਹ ਕਾਨਫਰੰਸ ਹੋਈ ਸੀ, ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇਹ ਕਾਨਫਰੰਸ ਹੋਈ ਸੀ ਤੇ ਬਹੁਤ ਸਾਰਿਆਂ ਨੇ ਤਾਂ ਇਸ ਗੱਲ ਨੂੰ ਸੰਤ ਜਰਨੈਲ ਸਿੰਘ ਦਾ ਇੱਕ ਵੈਸੇ ਹੀ ਫੋਕਾ ਬਿਆਨ ਸਮਝਿਆ ਸੀ, ਸਿਆਸੀ ਚਾਲ ਹੀ ਸਮਝਿਆ ਸੀ। ਤੇ ਬਾਅਦ ਦੇ ਵਿੱਚ ਡਾਕਟਰ ਗੁਰਦਰਸ਼ਨ ਸਿੰਘ ਉਹਨਾਂ ਨੇ ਸੰਤਾਂ ਬਾਰੇ ਦੱਸਿਆ ਸੀ ਕਿ ਉਹ ਬਹੁਤ ਹੀ ਤਿੱਖੀ ਬੁੱਧੀ ਦੇ ਮਾਲਕ ਸਨ, ਉਹਨਾਂ ਦੀ ਯਾਦ ਸ਼ਕਤੀ ਬਹੁਤ ਕਮਾਲ ਦੀ ਸੀ ਤੇ ਉਹ ਪੂਰੇ ਇਮਾਨਦਾਰ ਸਨ। ਫੇਰ ਜਦੋਂ ਐਦਾਂ ਦੀਆਂ ਗੱਲਾਂ ਸਾਨੂੰ ਪਤਾ ਲੱਗਦੀਆਂ, ਜਦੋਂ ਅਸੀਂ ਹੁਣ ਪਿਛਲੇ 17 ਦਿਨਾਂ ਤੋਂ 17 ਅਸੀਂ ਐਪੀਸੋਡ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ, ਜਦੋਂ ਅਸੀਂ ਵਾਰ-ਵਾਰ ਇਹਨਾਂ ਗੱਲਾਂ ਨੂੰ ਸੁਣਾਂਗੇ, ਅੱਗੇ ਚੱਲ ਕੇ ਅਸੀਂ ਫੇਰ ਇਹਦੀ ਰਿਕਾਰਡਿੰਗ ਨੂੰ ਵੀ ਦੇਖਾਂਗੇ, ਸੁਣਾਂਗੇ, ਵਾਚਾਂਗੇ, ਤਾਂ ਇਹ ਗੱਲ ਤੇ ਸਾਨੂੰ ਯਕੀਨ ਕਰਨਾ ਪਏਗਾ ਕਿ ਉਹ ਪੂਰੀ ਤਿਆਰੀ ਦੇ ਨਾਲ, ਬਹੁਤ ਜ਼ਿਆਦਾ ਸੂਝ-ਬੂਝ ਦੇ ਮਾਲਕ ਸਨ ਤੇ ਪੂਰੀ ਤਿਆਰੀ ਦੇ ਨਾਲ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਨਾਲ ਇਹ ਸਾਰਾ ਕੁਝ ਹੋ ਸਕਦਾ ਤੇ ਕੌਮ ਦੇ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਨੇ। ਉਹਨਾਂ ਨੂੰ ਕਿਸੇ ਨੇ ਕੋਈ ਸੰਕੇਤ ਨਹੀਂ ਸੀ ਕੀਤਾ। ਇਹ ਉਹਨਾਂ ਦੀ ਆਪਣੀ ਸੂਝ-ਬੂਝ ਸੀ, ਉਹਨਾਂ ਦਾ ਆਪਣਾ ਜਿਹੜਾ ਸੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਉਹਨਾਂ ਤੇ ਹੱਥ ਸੀ, ਉਹਦੇ ਕਾਰਨ ਇਹ ਸਾਰਾ ਕੁਝ ਪੂਰਵ ਅਨੁਮਾਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਦੇਖ ਸਕਦੇ ਹਾਂ। 1984 'ਚ ਤਾਂ ਹਰ ਰੋਜ਼ ਅਖਬਾਰਾਂ ਵਾਲੇ, ਖਬਰ ਏਜੰਸੀਆਂ ਵਾਲੇ, ਸ਼ਰਧਾਲੂ, ਨੁਕਤਾਚੀਨ, ਖੁਫੀਆ ਏਜੰਸੀਆਂ ਦੇ ਬੰਦੇ ਇਹ ਦਰਬਾਰ ਸਾਹਿਬ ਕੰਪਲੈਕਸ 'ਚ ਚੱਕਰ ਲਗਾਉਂਦੇ ਰਹਿੰਦੇ ਸਨ। ਕਿਸੇ ਨੇ ਵੀ ਇਹ ਖਬਰ ਨਹੀਂ ਦਿੱਤੀ ਕਿ ਦਰਬਾਰ ਸਾਹਿਬ ਕੰਪਲੈਕਸ 'ਚ ਕਿਸੇ ਥਾਂ ਤੇ ਜਾਣ ਤੋਂ ਕੋਈ ਰੋਕ ਹੈ ਤੇ ਉਹਨਾਂ ਹਥਿਆਰਾਂ ਦੇ ਭੰਡਾਰ ਦੇਖੇ ਨੇ ਉੱਥੇ ਜਾਂ ਕੋਈ ਮੋਰਚਾਬੰਦੀ ਦੇਖੀ ਹੈ। ਅਖੀਰ ਤੱਕ 1 ਜੂਨ ਤੱਕ ਕਿਸੇ ਨੇ ਨਹੀਂ ਕੋਈ ਰਿਪੋਰਟ ਦਿੱਤੀ, ਕਿਸੇ ਨੇ ਨਹੀਂ ਕਿਹਾ। ਤੇ 1984 'ਚ ਦਰਬਾਰ ਸਾਹਿਬ ਦੇ ਬਾਹਰ ਆਸੇ-ਪਾਸੇ ਦੇ ਘਰਾਂ ਦੇ ਉੱਪਰ ਪੁਲਿਸ, CRPF, BSF ਤੇ ਉਹ ਤੋਂ ਬਾਅਦ ਫੌਜੀਆਂ ਦੇ ਮੋਰਚੇ ਤਾਂ ਬੜਿਆਂ ਨੇ ਦੇਖੇ ਹੋਣਗੇ। ਆਪਾਂ ਆਮ ਹੀ ਇਹਨਾਂ ਦੀਆਂ ਫੋਟੋਆਂ ਦੇਖਦੇ ਹਾਂ, ਤਸਵੀਰਾਂ ਦੇਖਦੇ ਹਾਂ ਤੇ ਬਾਬਾ ਜਰਨੈਲ ਸਿੰਘ ਜੀ ਦੇ ਜਥੇ ਦੇ ਜਵਾਨਾਂ ਕੋਲ ਸਰੀਰਕ ਹਥਿਆਰ, ਇਹ ਤਾਂ ਮੋਰਚੇ ਦੇ ਸ਼ੁਰੂ 'ਚ ਹੀ ਸਭ ਦੇਖਦੇ ਹੀ ਆ ਰਹੇ ਸਨ, ਕੋਈ ਵੱਡੀ ਗੱਲ ਨਹੀਂ। ਗਲ ਦੇ ਵਿੱਚ ਰਿਵਾਲਵਰ ਪਾਇਆ ਹੋਣਾ, ਜਾਂ ਜਿਹੜੇ ਜਥੇ ਦੇ ਸਿੰਘ ਹੁੰਦੇ ਸਨ ਉਹਨਾਂ ਕੋਲ 303 ਬੋਰ ਦੀਆਂ ਜਾਂ 12 ਬੋਰ ਦੀਆਂ ਜਾਂ ਕੋਈ ਸਟੇਨ ਗਨ, ਇਹ ਰਫਲਾਂ ਹੁੰਦੀਆਂ ਸਨ। ਇਹ 1 ਜੂਨ 1984 ਨੂੰ ਪੁਲਿਸ, CRP ਤੇ BSF ਨੇ ਸਾਰਾ ਦਿਨ ਹਜ਼ਾਰਾਂ ਗੋਲੀਆਂ ਦਰਬਾਰ ਸਾਹਿਬ ਤੇ ਚਲਾਈਆਂ ਤੇ ਪਰਿਕਰਮਾ 'ਚ 8 ਸ਼ਰਧਾਲੂ ਸ਼ਹੀਦ ਹੋ ਗਏ ਤੇ ਦਰਬਾਰ ਸਾਹਿਬ ਦੀਆਂ 3 ਕੰਧਾਂ ਦੇ ਉੱਪਰ 36 ਗੋਲੀਆਂ ਦੇ ਨਿਸ਼ਾਨ ਲੱਗੇ ਤੇ ਅੰਦਰੋਂ ਇੱਕ ਵੀ ਜਵਾਬੀ ਗੋਲੀ ਨਹੀਂ ਚੱਲੀ। ਉਸੇ ਦਿਨ ਲੌਂਗੋਵਾਲ ਨੇ ਅਪੀਲ ਕੀਤੀ ਕਿ ਜਿਨ੍ਹਾਂ 1 ਲੱਖ ਮਰਜੀਵੜਿਆਂ ਨੇ ਦਰਬਾਰ ਸਾਹਿਬ ਤੇ ਹਮਲੇ ਦੀ ਸੂਰਤ 'ਚ ਜਾਨਾਂ ਦੇਣ ਦਾ ਪਰਨ ਕੀਤਾ, ਸਹੁੰ ਚੁੱਕੀ ਹੈ, ਉਹ ਉੱਥੇ ਪਹੁੰਚ ਜਾਣ। ਪਰ ਕੋਈ ਆਇਆ ਨਹੀਂ ਹੈਗਾ ਉੱਥੇ। 3 ਜੂਨ 1984 ਨੂੰ ਪੰਜਾਬ 'ਚ ਕਰਫਿਊ ਲਾਇਆ ਗਿਆ ਤੇ ਪੰਜਾਬ ਦਾ ਹਰ ਕਿਸਮ ਦਾ ਸੰਪਰਕ ਦੁਨੀਆ ਨਾਲੋਂ ਕੱਟਿਆ ਗਿਆ। 7 ਜੂਨ ਨੂੰ ਰਾਤ ਨੂੰ ਦੂਰਦਰਸ਼ਨ ਸਮਾਚਾਰ 'ਚ ਇੱਕ ਫੌਜੀ ਅਫਸਰ ਨੇ ਕਿਹਾ ਕਿ ਉਹ ਸਾਰੇ ਲੜਦੇ ਹੋਏ ਮਾਰੇ ਗਏ ਤੇ ਉਹਨਾਂ 'ਚੋਂ ਕਿਸੇ ਨੇ ਵੀ ਆਤਮ ਸਮਰਪਣ ਨਹੀਂ ਕੀਤਾ। ਇੱਕ ਸੱਚੇ ਸਿੱਖ ਵਾਂਗ ਸੰਤ ਭਿੰਡਰਾਂਵਾਲੇ ਨੇ ਆਪਣਾ ਵਚਨ ਨਿਭਾਇਆ ਤੇ ਇਹ ਆਪਣੇ ਆਪ ਦੇ ਵਿੱਚ ਛੋਟੀ ਸ਼ਹਾਦਤ ਨਹੀਂ ਕਹੀ ਜਾ ਸਕਦੀ, ਬਹੁਤ ਵੱਡੀ ਸ਼ਹਾਦਤ ਹੈ। ਮਈ 1985 'ਚ ਇੱਕ ਬਜ਼ੁਰਗ, ਨਾਮ ਨਹੀਂ ਦੱਸਿਆ ਉਹਨਾਂ ਨੇ, ਉਹਨਾਂ ਕੋਲੋਂ ਬਾਬਾ ਜਰਨੈਲ ਸਿੰਘ ਦੀ ਜਿਹੜੀ ਤਿਆਰੀ ਕੀਤੀ ਹੋਈ ਸੀ ਉਹਦੇ ਬਾਰੇ ਕੁਝ ਗੱਲਾਂ ਦਾ ਪਤਾ ਚੱਲਦਾ ਹੈ। ਉਹ ਬਜ਼ੁਰਗਾਂ ਨੇ 27 ਮਈ 1984 ਨੂੰ ਸੰਤਾਂ ਬਾਰੇ ਲਿਖਿਆ ਕਿ 27 ਮਈ 1984 ਨੂੰ ਮਿਲੇ ਸਨ ਤੇ ਮੀਟਿੰਗ ਦੇ ਬਾਰੇ ਤੇ ਵਾਧੂ ਗੱਲਾਂ ਨੂੰ ਛੱਡਦੇ ਹੋਏ ਉਹ ਬਜ਼ੁਰਗਾਂ ਨੇ ਸੰਤਾਂ ਨੇ ਦੱਸਿਆ ਕਿ ਇਮਤਿਹਾਨ ਦੀ ਘੜੀ ਆ ਗਈ ਹੈ ਤੇ ਸੰਤ ਜੀ ਨੇ ਮੰਨਿਆ ਕਿ ਉਹਨਾਂ ਦੀ ਫੌਜੀ ਹਮਲੇ ਦਾ ਜਿਹੜਾ ਅਹਿਸਾਸ ਹੈ ਉਹ ਮਾਰਚ 1983 'ਚ ਹੀ ਹੋ ਗਿਆ ਸੀ। ਜੂਨ 1984 'ਚ ਹਮਲਾ ਹੁੰਦਾ, ਮਾਰਚ 1983 'ਚ ਕਹਿੰਦੇ ਸੰਤ ਜੀ ਉਹ ਬਜ਼ੁਰਗਾਂ ਨੂੰ ਕਿ ਹਮਲਾ ਹੋਏਗਾ ਇੱਥੇ। ਤੇ ਉਹਨਾਂ ਨੇ ਇਹੋ ਜਿਹੀ ਸਥਿਤੀ ਦਾ ਮੁਕਾਬਲਾ ਕਰਨ ਲਈ ਇਹੋ ਜਿਹੇ ਸਿੰਘਾਂ ਦੀ ਚੋਣ ਸ਼ੁਰੂ ਕਰ ਦਿੱਤੀ ਸੀ, ਭਾਲ ਸ਼ੁਰੂ ਕਰ ਦਿੱਤੀ ਸੀ ਜਿਹੜੇ ਲੜਦੇ ਲੜਦੇ ਸ਼ਹੀਦ ਤਾਂ ਹੋ ਜਾਣ ਪਰ ਆਤਮ ਸਮਰਪਣ ਜਾਂ ਹਥਿਆਰ ਸੁੱਟਣ ਬਾਰੇ ਨਾ ਸੋਚਣ। ਤੇ ਉਹ ਬਹੁਤ ਛੇਤੀ ਇਸ ਨਤੀਜੇ ਤੇ ਪਹੁੰਚ ਗਏ ਸਨ ਕਿ ਉਹਨਾਂ ਨੂੰ ਕੁਰਬਾਨੀ ਦੇ ਜਜ਼ਬੇ ਨਾਲ ਭਰੇ ਹੋਏ ਸਿੱਖ ਨੌਜਵਾਨਾਂ ਦੀ ਲੋੜ ਹੈ। ਜਦੋਂ ਵੀ ਕੋਈ ਸਿੰਘ ਇਸ ਤਰ੍ਹਾਂ ਕੁਰਬਾਨ ਹੋਣ ਲਈ ਤਿਆਰ ਹੁੰਦਾ ਸੀ ਤਾਂ ਸੰਤ ਉਸ ਨੂੰ ਆਪਣੇ ਪਰਿਵਾਰ ਦੀ ਸਹਿਮਤੀ ਲੈਣ ਤੋਂ ਬਾਅਦ ਕਿ ਆਪਣੇ ਘਰ ਵਾਲਿਆਂ ਨਾਲ ਗੱਲ ਕਰਕੇ ਆ, ਸਹਿਮਤੀ ਲੈ ਕੇ ਆਇਆ ਤੇ ਫਿਰ ਇੱਥੇ ਆ ਜਾ।
ਸੰਤਾਂ ਨੇ ਬਜ਼ੁਰਗਾਂ ਨੂੰ ਦੱਸਿਆ ਕਿ ਅਜੇ ਇਸ ਜਥੇ 'ਚ ਕੇਵਲ ਗਿਣਤੀ ਦੇ ਸਿੰਘ ਨੇ, ਪਰ ਕਿਸੇ ਇੱਕ ਨੂੰ ਵੀ ਨਹੀਂ ਸੀ ਪਤਾ ਕਿ ਉਹ ਕਿੰਨੇ ਨੇ, ਕਿੰਨੀ ਉਹਨਾਂ ਦੀ ਗਿਣਤੀ ਹੈ, 1 ਹੈ, 2 ਹੈ ਜਾਂ 4 ਹੈ ਜਾਂ 10 ਹੈ, ਕਿੰਨੇ ਹੋਣਗੇ। ਇੱਕ ਮੋਰਚੇ ਤੇ 2 ਜਾਂ ਇਸ ਤੋਂ ਵੱਧ ਸਿੰਘ ਹੋਣਗੇ, ਪਰ ਕਿਸੇ ਨੂੰ ਆਪਣੇ ਸਾਥੀ ਦਾ ਅਜੇ ਨਹੀਂ ਸੀ ਪਤਾ ਕਿ ਜੰਗ ਦੌਰਾਨ ਉਹਦਾ ਸਾਥੀ ਕਿਹੜਾ ਸਿੰਘ ਹੋਵੇਗਾ, ਤੇ ਇਹ ਤਾਂ ਮੌਕੇ ਤੇ ਜਾ ਕੇ ਜਨਰਲ ਸ਼ੁਬੇਗ ਸਿੰਘ ਤੈਅ ਕਰਨਗੇ ਕਿ ਕਿਹੜੇ ਸਿੰਘ ਦੀ ਡਿਊਟੀ ਕਿੱਥੇ ਲੱਗੇਗੀ। ਸਿਰਫ ਆਪਣੀ ਥਾਂ ਦਾ ਪਤਾ ਸੀ ਕਿ ਕਿਹੜਾ ਮੋਰਚਾ ਉਸਨੇ ਸੰਭਾਲਣਾ, ਕਿੱਥੇ ਉਹਦੀ ਡਿਊਟੀ ਲੱਗਣੀ ਹੈ। ਜਦੋਂ ਜਨਰਲ ਸ਼ੁਬੇਗ ਸਿੰਘ ਇਹਨਾਂ ਨਾਲ ਸ਼ਹੀਦ ਹੋਣ ਲਈ ਤਿਆਰ ਹੋ ਗਏ ਤਾਂ ਉਹਨਾਂ ਦਾ ਹੌਸਲਾ ਸਾਰੇ ਸਿੰਘਾਂ ਦਾ ਵੱਧ ਗਿਆ ਕਿ ਹੁਣ ਉਹ ਬਹੁਤ ਯੋਜਨਾਬੱਧ ਢੰਗ ਦੇ ਨਾਲ ਚੰਗੀ ਵਿਉਂਤਬੰਦੀ ਨਾਲ ਮੁਕਾਬਲਾ ਕਰਨਗੇ। ਤੇ ਬਜ਼ੁਰਗਾਂ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਬਹੁਤ ਜ਼ਿਆਦਾ ਜ਼ੋਰ ਪਾਉਣ ਤੇ ਕਹਿਣ ਤੇ ਉਹਨਾਂ ਨੇ 4-5 ਸਿੰਘਾਂ ਦੀ ਉਹਨਾਂ ਨੂੰ ਸੂਰਤ ਦਿਖਾਈ, ਦਰਸ਼ਨ ਕਰਵਾਏ 4-5 ਸਿੰਘਾਂ ਦੇ। ਇਹ ਤੋਂ ਬਾਅਦ ਉਹ ਬਜ਼ੁਰਗ ਨੇ ਉਹ ਹਥਿਆਰ ਵੀ ਦੇਖਣੇ ਚਾਹੇ ਜਿਨ੍ਹਾਂ ਦੇ ਨਾਲ ਸਿੰਘਾਂ ਨੇ ਫੌਜ ਦਾ ਮੁਕਾਬਲਾ ਕਰਨਾ ਸੀ। ਇਹਨਾਂ ਹਥਿਆਰਾਂ 'ਚ ਜ਼ਿਆਦਾਤਰ 12 ਬੋਰ ਦੀਆਂ ਗੰਨਾਂ ਤੇ 303 ਦੀਆਂ ਰਾਈਫਲਾਂ ਸਨ, ਤੇ ਬਜ਼ੁਰਗ ਨੇ ਬੜੀ ਹੈਰਾਨੀ ਨਾਲ ਕਿਹਾ ਸੀ ਕਿ ਇੰਨੀ ਵੱਡੀ ਆਧੁਨਿਕ ਹਥਿਆਰਾਂ ਵਾਲੀ ਫੌਜ ਦਾ ਮੁਕਾਬਲਾ ਇਹਨੇ ਪੁਰਾਣੇ ਜ਼ਮਾਨੇ ਦੀਆਂ ਰਫਲਾਂ ਨਾਲ ਕਰਨਗੇ। ਤਾਂ ਸੰਤਾਂ ਨੇ ਜਵਾਬ ਦਿੱਤਾ ਸੀ ਕਿ ਇਹ ਰਫਲਾਂ ਉਹਨਾਂ ਦੇ ਸਿੰਘਾਂ ਲਈ ਸਭ ਤੋਂ ਵਧੀਆ ਹਥਿਆਰ ਨੇ, ਕਿਉਂਕਿ ਇਹਨਾਂ ਨੂੰ ਚਲਾਉਣ ਦਾ ਇਹਨਾਂ ਸਿੰਘਾਂ ਨੂੰ ਪੂਰਾ ਅਭਿਆਸ ਹੈ ਤੇ ਇੱਕ ਚੰਗਾ ਨਿਸ਼ਾਨ 'ਚ 100 ਗਜ ਤੋਂ ਵੱਧ ਤੱਕ ਮਾਰ ਕਰ ਸਕਦਾ ਹੈ। ਤੇ ਸੰਤਾਂ ਨੇ ਦੱਸਿਆ ਕਿ ਉਹਨਾਂ ਨੇ ਜਦੋਂ ਤੋਂ ਆਪਣੇ ਸਿੰਘਾਂ ਦਾ ਹੌਸਲਾ ਤੇ ਉਤਸ਼ਾਹ ਦੇਖਿਆ, ਉਦੋਂ ਤੋਂ ਹੀ ਫੌਜ ਦਾ ਮੁਕਾਬਲਾ ਕਰਨ ਦੇ ਬਾਰੇ ਭਰੋਸੇ ਨਾਲ ਬੋਲਣਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਉਹਨਾਂ ਨੇ ਫੌਜ ਦਾ ਮੁਕਾਬਲਾ ਕਰਨ ਵਾਲੀ ਗੱਲ ਨਹੀਂ ਸੀ ਕਹੀ ਕਦੇ ਵੀ। ਤੇ ਜੇ ਮੰਜੀ ਸਾਹਿਬ ਦੀ ਜਿਹੜੀ ਕਾਨਫਰੰਸ ਦੀ ਗੱਲ ਕਰਦੇ ਹਾਂ ਅਸੀਂ, ਜਿੱਥੇ ਸੰਤਾਂ ਨੇ ਭਾਸ਼ਣ ਦਿੱਤਾ, ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹਨਾਂ ਨੂੰ ਕਿੰਨੀ ਸੂਝ-ਬੂਝ ਸੀ ਤੇ ਕਿੰਨੇ ਦਿਮਾਗੀ ਤੌਰ ਤੇ ਚੇਤੰਨ ਸਨ। ਤਾਂ ਸੰਤਾਂ ਨੇ ਕਿਹਾ ਸੀ ਕਿ ਉਹ ਗੁਰੂ ਖਾਲਸੇ ਦੀ ਅਣਖ ਤੇ ਆਉਣ ਲਈ ਲੜ ਰਹੇ ਨੇ, ਤੇ ਉਹਨਾਂ ਨੇ ਦਾਅਵਾ ਕੀਤਾ ਸੀ ਉਦੋਂ ਕਿ ਫੌਜ ਨਾਲ ਮੁਕਾਬਲਾ ਕਰਦੇ ਸਮੇਂ ਜਿਹੜੇ ਕਰਿਸ਼ਮਿਆਂ ਨੂੰ ਲੋਕ ਨਾ ਕੇਵਲ ਫਖਰ ਨਾਲ ਯਾਦ ਕਰਿਆ ਕਰਨਗੇ, ਸਗੋਂ ਸਾਰੀ ਦੁਨੀਆ ਖਾਲਸੇ ਦੇ ਕਾਰਨਾਮਿਆਂ ਨੂੰ ਵੇਖ ਕੇ ਸੁਣ ਕੇ ਹੈਰਾਨ ਹੋਇਆ ਕਰੇਗੀ। ਸੰਤਾਂ ਨੇ ਕਿਹਾ ਸੀ ਕਿ CID ਖੁਫੀਆ ਸੂਈਆਂ ਜਿਹੜੀਆਂ ਏਜੰਸੀਆਂ ਨੇ, CID ਏਜੰਸੀ ਹੈ ਜਾਂ ਹੋਰ ਏਜੰਸੀਆਂ ਨੇ, ਇਹਨਾਂ ਦੇ ਆਦਮੀ ਤੇ ਆਮ ਜਨਤਾ ਤੇ ਮੀਡੀਏ ਵਾਲੇ ਕਿਸੇ ਵੀ ਵੇਲੇ ਦਰਬਾਰ ਸਾਹਿਬ ਕੰਪਲੈਕਸ ਦੇ ਕਿਸੇ ਵੀ ਹਿੱਸੇ 'ਚ ਆ ਜਾ ਸਕਦੇ ਨੇ, ਪਰ ਕਿਸੇ ਨੇ ਵੀ ਕੋਈ ਮੋਰਚਾਬੰਦੀ ਨਾ ਦੇਖੀ ਹੈ, ਨਾ ਇਹਦੇ ਬਾਰੇ ਅਖਬਾਰਾਂ 'ਚ ਲਿਖਿਆ, ਕਿਉਂਕਿ ਮੋਰਚਾਬੰਦੀ ਕੋਈ ਹੈ ਹੀ ਨਹੀਂ ਸੀ। ਜਨਰਲ ਸ਼ੁਬੇਗ ਸਿੰਘ ਨੇ ਹਰ ਸਿੰਘ ਨੂੰ ਵੱਖਰਿਆਂ ਬਹੁਤ ਵਿਸਤਾਰ ਦੇ ਨਾਲ ਡਿਟੇਲ 'ਚ ਸਾਰਾ ਕੁਝ ਸਮਝਾਇਆ ਸੀ, ਉਹਨਾਂ ਦੀ ਡਿਊਟੀ ਸਮਝਾਈ ਸੀ ਤੇ ਇਸ਼ਾਰਾ ਕੀਤਾ ਸੀ ਬਸ। ਤਾਂ ਇਸ਼ਾਰੇ ਦੇ ਨਾਲ ਹੀ ਸਾਰੇ ਸਿੰਘ ਆਪਣੇ ਆਪਣੇ ਮੋਰਚਿਆਂ 'ਚ ਡਟ ਗਏ ਤੇ ਇਸ ਵਿਸ਼ਵਾਸ ਨਾਲ ਉਹ ਸਾਰੇ ਸਿੰਘਾਂ ਨੇ ਮੁਕਾਬਲਾ ਕੀਤਾ। ਤੇ ਇੱਥੋਂ ਪਤਾ ਲੱਗਦਾ ਹੈ ਜਿਹੜੀ ਬਜ਼ੁਰਗ ਨਾਲ ਗੱਲ ਹੋਈ ਸੀ ਤੇ ਜਿਹੜੀ ਮੰਜੀ ਸਾਹਿਬ ਵਾਲੀ ਗੱਲ ਸੀ ਕਾਨਫਰੰਸ ਦੇ ਵਿੱਚ ਬੋਲਣੀ, ਉਹ ਸੰਤਾਂ ਦੇ ਸੁਭਾਅ ਤੇ ਸੰਤਾਂ ਦੀ ਕਹਿਣੀ ਤੇ ਕਰਨੀ ਤੇ ਸੰਤਾਂ ਦੀ ਸੂਝ-ਬੂਝ ਦਾ ਦਮ ਭਰਦੀ ਹੈ ਉਹ ਗੱਲ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੋਜ ਹੋਣੀ ਹੈ ਸੰਤਾਂ ਦੇ ਕਿਰਦਾਰ ਬਾਰੇ, ਸੰਤਾਂ ਦੇ ਜਿਹੜੇ ਕਾਰਨਾਮੇ ਨੇ ਉਹਨਾਂ ਦੇ ਬਾਰੇ, ਸੰਤਾਂ ਦੀ ਸ਼ਹਾਦਤ ਬਾਰੇ, ਹੋਰ ਬਹੁਤ ਕੁਝ ਨਿਕਲਣਾ। ਅਸੀਂ ਤਾਂ ਇੱਕ ਸੂਰਜ ਨੂੰ ਦੀਵਾ ਦਿਖਾਉਣ ਵਾਲਾ ਕੰਮ ਕਰ ਰਹੇ ਹਾਂ। ਜਨਰਲ ਬਰਾੜ ਮੋਨਾ ਸਿੱਖ ਵੀ ਨਹੀਂ ਕਿਹਾ ਜਾ ਸਕਦਾ ਉਹਨੂੰ ਦਰਬਾਰ ਸਾਹਿਬ ਉੱਪਰ ਹਮਲੇ ਕਰਨ ਵਾਲੀ ਜਿਹੜੀ ਫੌਜ ਦਾ ਕਮਾਂਡਰ ਬਣਾਇਆ ਗਿਆ ਸੀ, ਉਸ ਨੂੰ ਪੂਰਾ ਯਕੀਨ ਸੀ ਕਿ ਸਾਰੇ, ਉਹ ਸ਼ੈਤਾਨ ਕਹਿੰਦਾ ਸੀ ਸਾਰਿਆਂ ਨੂੰ ਕਿ 2 ਘੰਟਿਆਂ 'ਚ ਗੋਡੇ ਟੇਕ ਦੇਣਗੇ ਜਥੇ ਦੇ ਜਿਹੜੇ ਸਿੰਘ ਨੇ, ਬਾਬਾ ਜਰਨੈਲ ਸਿੰਘ ਦੇ ਜਿਹੜੇ ਸਿੰਘ ਨੇ ਤੇ ਬਾਬਾ ਜਰਨੈਲ ਸਿੰਘ, ਸਿਰਫ ਕਹਿੰਦਾ 2 ਘੰਟਿਆਂ 'ਚ ਕੰਮ ਖਤਮ ਕਰ ਦਾਂਗੇ ਅਸੀਂ। ਗੁਰਦੇਵ ਸਿੰਘ DC ਅੰਮ੍ਰਿਤਸਰ ਨਾਲ ਉਹਨੇ ਇਹ ਵਿਚਾਰ ਸਾਂਝਾ ਕੀਤਾ ਸੀ। ਗੁਰਦੇਵ ਸਿੰਘ ਨੇ ਬਾਅਦ ਦੇ ਵਿੱਚ ਕਿਹਾ, ਉਹਨੂੰ ਵੀ ਕਿਹਾ ਕਿ ਭਿੰਡਰਾਂਵਾਲਾ ਆਤਮ ਸਮਰਪਣ ਨਹੀਂ ਕਰੇਗਾ। ਤਾਂ ਜਨਰਲ ਬਰਾੜ ਨੇ ਕਿਹਾ ਕਿ ਜਦੋਂ ਟੈਂਕਾਂ ਦੇ ਚੱਲਣ ਦੀ ਖੜਖੜ ਹੁੰਦੀ ਹੈ ਨਾ, ਹਵਾਈ ਜਹਾਜ਼ ਗਰਜਦੇ ਨੇ, ਤੋਪਾਂ ਚੱਲਦੀਆਂ ਨੇ, ਕਹਿੰਦਾ ਵੱਡੇ ਜਰਨੈਲ ਕੰਬ ਜਾਂਦੇ ਨੇ ਤੇ ਉਹ ਉਹਨਾਂ ਸਾਰਿਆਂ ਨੂੰ ਬੜੀ ਆਸਾਨੀ ਨਾਲ ਫੜ ਸਕਦੇ ਨੇ। DC ਗੁਰਦੇਵ ਸਿੰਘ ਨੇ ਫੇਰ ਕਿਹਾ, ਉਹ ਕਹਿੰਦਾ ਕਿ ਸਰਕਾਰ ਦੀਆਂ ਛੋਟੀਆਂ-ਮੋਟੀਆਂ ਜ਼ਿਆਦਤੀਆਂ ਦੇ ਸਮੇਂ ਨਾਲ ਭੁੱਲ ਸਕਦੀ ਹੈ ਜਨਤਾ, ਭੁੱਲ ਜਾਂਦੀ ਹੈ ਛੋਟੀਆਂ-ਮੋਟੀਆਂ ਜ਼ਿਆਦਤੀਆਂ ਨੂੰ, ਪਰ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਇੰਨੀ ਵੱਡੀ ਭੁੱਲ ਹੋਵੇਗੀ ਜਿਸ ਨੂੰ ਸਿੱਖ ਮਾਨਸਿਕਤਾ ਸਦੀਆਂ ਤੱਕ ਨਹੀਂ ਭੁੱਲ ਸਕੇਗੀ। ਗੁਰਦੇਵ ਸਿੰਘ ਦੀ ਗੱਲ ਸਹੀ ਹੋਈ ਕਿ ਅਸੀਂ ਨਹੀਂ ਭੁੱਲ ਸਕਦੇ। ਬਾਬਾ ਜਰਨੈਲ ਸਿੰਘ ਦੀ ਗੱਲ ਸਹੀ ਹੋਈ ਕਿ ਉਸ ਦਿਨ ਇੱਕ ਆਜ਼ਾਦ ਸਿੱਖ ਰਾਜ ਦੀ ਨੀਂਹ ਰੱਖੀ ਜਾਵੇਗੀ।
ਰੱਖੀ ਗਈ ਉਸਾਰੀ ਜਾਰੀ ਹੈ, ਸਮਾਂ ਲੱਗ ਜਾਂਦਾ ਹੈ। ਸਿੱਖ ਰਾਜ ਦੀ ਕਾਰ ਸੇਵਾ ਚੱਲ ਰਹੀ ਹੈ, ਹੌਲੀ ਹੌਲੀ ਘਰ ਜਿਹੜਾ ਹੈ ਉਸਰ ਜਾਣਾ ਹੈ। ਤਾਂ ਜਨਰਲ ਬਰਾੜ ਨੇ ਜੋ ਕਿਹਾ ਸੀ ਕਿ 2 ਘੰਟਿਆਂ ਦੇ ਵਿੱਚ ਮੈਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਵਾਂਗਾ ਜਾਂ ਫੜ ਲਵਾਂਗਾ, ਵੱਡੇ ਵੱਡੇ ਜਰਨੈਲਾਂ ਦੀਆਂ ਲੱਤਾਂ ਕੰਬਦੀਆਂ ਨੇ ਜਦੋਂ ਕਹਿੰਦਾ ਵੀ ਤੋਪਾਂ ਚੱਲਦੀਆਂ ਨੇ। ਪਰ ਜਿਸ ਤਰੀਕੇ ਨਾਲ ਬਾਬਾ ਜਰਨੈਲ ਸਿੰਘ ਨੇ ਉੱਥੇ ਮੁਕਾਬਲਾ ਕੀਤਾ ਸਾਰੀ ਫੌਜ ਦਾ, ਦੁਨੀਆ ਦੀ 6ਵੀਂ ਵੱਡੀ ਤਾਕਤ ਦਾ, ਤਾਂ ਉਸ ਤੋਂ ਅਸੀਂ ਇਸ ਗੱਲ ਦਾ ਸਹਿਜੇ ਹੀ ਅਹਿਸਾਸ ਕਰ ਸਕਦੇ ਹਾਂ, ਅਨੁਮਾਨ ਲਾ ਸਕਦੇ ਹਾਂ ਕਿ ਗੁਰਬਾਣੀ ਦਾ ਕਿੰਨਾ ਅਸਰ ਸੀ ਉਹਨਾਂ ਦੇ ਉੱਤੇ, ਸ੍ਰੀ ਅਕਾਲ ਪੁਰਖ ਸਾਹਿਬ ਦੀ ਕਿੰਨੀ ਕਿਰਪਾ ਸੀ ਉਹਨਾਂ ਦੇ ਉੱਤੇ, ਵਾਹਿਗੁਰੂ ਦਾ ਕਿੰਨਾ ਹੱਥ ਸੀ ਉਹਨਾਂ ਦੇ ਉੱਤੇ। ਤੇ ਇਹ ਆਮ ਕਿਸੇ ਦੇ ਉੱਤੇ ਨਹੀਂ ਹੁੰਦਾ ਹੈਗਾ। ਜੇ ਅਸੀਂ ਸੁਣ ਰਹੇ ਹਾਂ ਜਾਂ ਤੁਹਾਡੇ ਚੋਂ ਮੇਰੇ ਚੋਂ ਕੋਈ ਆਪਾਂ ਉੱਠ ਕੇ ਕਹਿ ਦਈਏ ਕਿ ਸਾਡੇ ਉੱਤੇ ਇੰਨੀ ਕਿਰਪਾ ਹੈਗੀ ਹੈ, ਨਹੀਂ, ਅਸੀਂ ਤਾਂ ਸਾਰਾ ਕੁਝ ਅਜੇ ਵੀ ਆਪਣੇ ਪਰਿਵਾਰਾਂ ਲਈ ਸੋਚਦੇ ਹਾਂ, ਅਸੀਂ ਅਜੇ ਵੀ ਇੱਧਰ ਉੱਧਰ ਲਈ ਸੋਚਦੇ ਹਾਂ। ਇਹ ਗੱਲਾਂ ਜਿਹੜੀਆਂ ਹੈ ਨੇ, ਇਹ ਧੁਰੋਂ ਹੀ ਸਾਰੇ ਮਨਸੂਬੇ ਤਿਆਰ ਹੋ ਕੇ ਆਉਂਦੇ ਨੇ। ਉਹ ਸ਼ਹਾਦਤ ਦੀ ਜਦੋਂ ਵੀ ਅਸੀਂ ਗੱਲ ਕਰਾਂਗੇ, ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਸਾਡੇ ਸਾਹਮਣੇ ਬਹੁਤ ਸਾਰੀਆਂ ਜਿਹੜੀਆਂ ਹੋਰ ਸ਼ਹਾਦਤਾਂ, ਹੋਰ ਫਿਰ ਅੱਗੇ ਲੜੀ ਤੁਰਦੀ ਹੈ, ਸਿਰਫ ਉਸ ਵਿਚਾਰਧਾਰਾ ਦੇ ਨਾਲ ਜੁੜ ਕੇ। ਬਹੁਤ ਸਾਰੇ ਸਿੰਘਾਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਬਹੁਤ ਸਾਰੇ ਸਿੰਘਾਂ ਨੇ ਪੁਲਿਸ ਥਾਣਿਆਂ ਦੇ ਵਿੱਚ ਬਾਬਾ ਜਰਨੈਲ ਸਿੰਘ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖ ਕੇ, ਉਹਨਾਂ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ, ਅਸੀਂ ਕੱਲ੍ਹ ਸਿਧਾਂਤ ਦੀ ਵੀ ਗੱਲ ਕੀਤੀ ਸੀ, ਕੁਰਬਾਨੀਆਂ ਕੀਤੀਆਂ ਨੇ। ਜਿਹੜੇ ਪੁਲਿਸ ਵਾਲਿਆਂ ਨੂੰ ਕਹਿੰਦੇ ਸਨ ਕਿ ਆਓ, ਇੱਕ ਥੱਕਦਾ ਸੀ ਉਹਨੂੰ ਕਹਿੰਦੇ ਸੀ ਲੈ ਭਾਈ ਤੂੰ ਵੀ ਆ ਜਾ, ਹੁਣ ਤੂੰ ਵੀ ਆਪਣੀ ਤਸੱਲੀ ਕਰ ਲੈ। ਜਿਹੜੇ ਨਿੰਮ ਨਾਲ ਮੈਨੂੰ ਟੰਗਿਆ ਉਲਟਾ, ਬਾਕੀ ਤਾਂ ਦੂਰ ਦੀ ਗੱਲ, ਤੁਸੀਂ ਮੇਰੇ ਕੋਲੋਂ ਇਹਨੂੰ ਨਿੰਮ ਹੀ ਕਹਾ ਕੇ ਦਿਖਾ ਦਿਓ, ਮੈਂ ਇਹਨੂੰ ਪਿੱਪਲ ਕਹਿੰਦਾ। ਧੰਨ ਨੇ ਉਹ ਗੁਰੂ ਦੇ ਸਿੱਖ, ਉਹਨਾਂ ਕੋਲੋਂ ਏਜੰਡਾ ਸੀ, ਸਿਧਾਂਤ ਦੇ ਕੇ ਗਏ ਸੀ ਬਾਬਾ ਜੀ ਉਹਨਾਂ ਨੂੰ। ਇਹ ਆਮ ਵਿਅਕਤੀ ਨਹੀਂ ਦੇ ਸਕਦਾ, ਲੀਡਰ ਨਹੀਂ ਦੇ ਸਕਦਾ ਜਿਹਨੇ ਪੋਲੀਟੀਕਲ ਸਾਇੰਸ ਦੀ ਕੋਈ ਪੜ੍ਹਾਈ ਕਰਨ ਤੋਂ ਬਾਅਦ ਲੀਡਰੀ 'ਚ ਪੈਰ ਧਰਿਆ ਹੋਵੇ। ਇਹ ਮਹਾਨ ਜਜ਼ਬਾ, ਇਹ ਮਹਾਨ ਕਿਰਪਾ, ਉਹਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ। ਭਾਗ 18ਵਾਂ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਸੋ ਮੈਨੂੰ ਇਜਾਜ਼ਤ ਦਿਓ, ਕੱਲ ਫੇਰ ਮਿਲਾਂਗੇ। Sayyidina,